ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ 'ਤੇ। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਕਚਰ 3 ਸਟੈਟਿਸਟਿਕਸ ਦਾ। ਲੈਕਚਰ 2 ਦੇ ਵਿੱਚ ਅਸੀਂ ਪੜ੍ਹਿਆ ਅਰਿਥਮੈਟਿਕ ਮੀਨ, ਕੰਬਾਈਨਡ ਮੀਨ, ਕਰੈਕਟਡ ਮੀਨ ਅਤੇ ਉਹਨਾਂ ਨਾਲ ਰਿਲੇਟਡ ਕੁਝ MCQs। ਅੱਜ ਅਸੀਂ ਕਰਨ ਜਾ ਰਹੇ ਹਾਂ ਮੀਡੀਅਨ। ਮੀਡੀਅਨ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਗੱਲ ਕਰੀਏ ਤਾਂ ਮੀਡੀਅਨ ਸਾਡੇ ਕੋਲ ਕੀ ਹੈ ਰਾਜੇ, ਉਹ ਹੈ ਪੋਜੀਸ਼ਨਲ ਐਵਰੇਜ, ਜਿਸ ਨੂੰ ਅਸੀਂ ਡਿਫਾਈਨ ਕਰ ਸਕਦੇ ਹਾਂ ਐਜ਼ ਅ ਮਿਡਲ ਮੋਸਟ ਜਾਂ ਫਿਰ ਸੈਂਟਰਲ ਵੈਲਿਊ ਦੇ ਨਾਲ। ਮਿਡਲ ਮੋਸਟ ਜਾਂ ਫਿਰ ਸੈਂਟਰਲ ਵੈਲਿਊ ਦੀ ਗੱਲ ਕਰੀਏ ਤਾਂ ਜਿਹੜੀ ਕੋਈ ਵੀ ਸੀਰੀਜ਼ ਹੈ ਸਾਡੇ ਕੋਲ, ਜਾਂ ਅਸੀਂ ਕਹਿ ਸਕਦੇ ਹਾਂ ਸੈੱਟ ਆਫ ਆਬਜ਼ਰਵੇਸ਼ਨਸ ਨੇ ਸਾਡੇ ਕੋਲ, ਉਹਨਾਂ ਦੀ ਜਿਹੜੀ ਮਿਡਲ ਮੋਸਟ ਵੈਲਿਊ ਹੋਊਗੀ ਉਹ ਸਾਡੇ ਕੋਲ ਕੀ ਹੋਵੇਗੀ, ਮੀਡੀਅਨ। ਲੇਕਿਨ ਇੱਥੇ ਇੱਕ ਸ਼ਰਤ ਹੈ ਕਿ ਜਿਹੜਾ ਉਹ ਡਾਟਾ ਹੈ, ਜਿਹੜੀ ਉਹ ਸੈੱਟ ਆਫ ਆਬਜ਼ਰਵੇਸ਼ਨਸ ਨੇ, ਉਹ ਅਰੇਂਜ ਹੋਣੀਆਂ ਚਾਹੀਦੀਆਂ ਨੇ ਜਾਂ ਤਾਂ ਅਸੈਂਡਿੰਗ ਆਰਡਰ ਦੇ ਵਿੱਚ ਜਾਂ ਫਿਰ ਡਿਸੈਂਡਿੰਗ ਆਰਡਰ ਦੇ ਵਿੱਚ। ਉਦੋਂ ਹੀ ਅਸੀਂ ਮੀਡੀਅਨ ਫਾਈਂਡ ਆਊਟ ਕਰ ਸਕਦੇ ਹਾਂ। ਪਰ ਗੱਲ ਕਰੀਏ ਮੀਨ ਦੀ, ਮੀਨ ਦੇ ਵਿੱਚ ਰਾਜੇ ਇਹੋ ਜਿਹੀ ਸ਼ਰਤ ਜਿਹੜੀ ਆ ਉਹ ਲਾਗੂ ਨਹੀਂ ਸੀਗੀ। ਇਹੋ ਜਿਹੀ ਸ਼ਰਤ ਉਹਦੇ ਵਿੱਚ ਨਹੀਂ ਮੈਂਸ਼ਨ ਕੀਤੀ ਸੀ ਕਿ ਡਾਟਾ ਅਰੇਂਜ ਹੋਣਾ ਚਾਹੀਦਾ। ਲੇਕਿਨ ਮੀਡੀਅਨ ਦੇ ਵਿੱਚ ਡਾਟਾ ਜਿਹੜਾ ਅਰੇਂਜ ਹੋਣਾ ਚਾਹੀਦਾ, ਅਸੈਂਡਿੰਗ ਆਰਡਰ ਦੇ ਵਿੱਚ ਕਰ ਲਓ ਜਾਂ ਫਿਰ ਡਿਸੈਂਡਿੰਗ ਆਰਡਰ ਦੇ ਵਿੱਚ, ਵੱਧਦੇ ਕ੍ਰਮ ਦੇ ਵਿੱਚ ਜਾਂ ਫਿਰ ਘਟਦੇ ਕ੍ਰਮ ਦੇ ਵਿੱਚ। ਗੱਲ ਕਰੀਏ ਤਾਂ ਮੀਡੀਅਨ ਦੇ ਵਿੱਚ ਇਹ ਸ਼ਰਤ ਕਿਉਂ ਲਾਗੂ ਕੀਤੀ ਗਈ, ਮੀਨ ਦੇ ਵਿੱਚ ਕਿਉਂ ਨਹੀਂ ਲਾਗੂ ਕੀਤੀ ਗਈ, ਇਸ ਨੂੰ ਸਮਝਣ ਲਈ ਇੱਕ ਐਗਜ਼ਾਮਪਲ ਦੇ ਨਾਲ ਅਸੀਂ ਸਮਝਦੇ ਹਾਂ ਇਸ ਕੰਸੈਪਟ ਨੂੰ। ਲੈਟ ਸਪੋਜ਼ ਸਾਨੂੰ ਇਹ ਕੋਈ ਇੰਡੀਵਿਜੂਅਲ ਸੀਰੀਜ਼ ਦੇ ਰੱਖੀ ਹੈ ਰਾਜੇ 2 3 4 5 91। ਸਾਨੂੰ ਕਿਹਾ ਗਿਆ ਵੀ ਇਹਦਾ ਮੀਨ ਫਾਈਂਡ ਆਊਟ ਕਰੋ। ਤਾਂ ਮੀਨ ਦੇ ਵਿੱਚ ਸਾਨੂੰ ਇਹਨੂੰ ਅਰੇਂਜ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਹੈ ਕਿ ਵੱਧਦੇ ਕ੍ਰਮ ਦੇ ਵਿੱਚ ਹੋਵੇ ਜਾਂ ਘਟਦੇ ਕ੍ਰਮ ਦੇ ਵਿੱਚ ਹੋਵੇ। ਇਹ ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ ਕਿ 3 4 2 91। ਇਸ ਤਰ੍ਹਾਂ ਵੀ ਜਿਹੜੀ ਹੈ ਇਹ ਵੈਲਿਊ ਜਿਹੜੀ ਹੈ ਲਿਖੀ ਹੋ ਸਕਦੀ ਹੈ। ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਵੀ ਕਿਹੜੀ ਟਰਮ ਕਿੱਥੇ ਲਿਖੀ ਹੈ। ਮੀਨ ਫਾਈਂਡ ਆਊਟ ਕਰਨ ਲਈ ਸਾਨੂੰ ਪਤਾ ਕੀ ਕਰਾਂਗੇ, ਅਸੀਂ ਸਮ ਪਤਾ ਕਰਾਂਗੇ। ਤਾਂ 3 + 4 + 2 + 91 + 5 ਅਤੇ ਇਹਨੂੰ ਡਿਵਾਈਡ ਕਰ ਦਾਂਗੇ ਨੰਬਰ ਆਫ ਟਰਮਸ ਦੇ ਨਾਲ, ਜੋ ਕਿ ਸਾਡੇ ਕੋਲ ਨੇ 5। ਜਦੋਂ ਅਸੀਂ ਇਹਨੂੰ ਐਡ ਕਰਾਂਗੇ ਤਾਂ ਸਾਡੇ ਕੋਲ ਟੋਟਲ ਆਏਗਾ 105 ਡਿਵਾਈਡਡ ਬਾਈ 5 ਅਤੇ ਆਪਣੇ ਕੋਲ ਮੀਨ ਕਿੰਨਾ ਆ ਗਿਆ, 21। ਹੁਣ ਸਾਡੇ ਕੋਲ ਮੀਨ ਕਿੰਨਾ ਆ ਗਿਆ, ਮੀਨ 21 ਆ ਗਿਆ ਰਾਜੇ। ਅਗਰ ਗੱਲ ਕਰੀਏ 21 ਦੀ ਤਾਂ ਉਹ ਲਾਈ ਕਰੂਗਾ ਸਮਵੇਅਰ ਦੇਅਰ, ਕਿਉਂਕਿ ਇਹ 5 ਹੈ, 5 ਤੋਂ ਹੋ ਸਕਦਾ ਹੈ 6 ਆਵੇ, 7 ਆਵੇ, 8 ਆਵੇ, 9 ਆਵੇ, ਫਿਰ 10। ਤਾਂ ਮੀਨ ਜਿਹੜਾ ਲਾਈ ਕਰੇਗਾ ਸਮਵੇਅਰ ਦੇਅਰ। ਲੇਕਿਨ ਮੀਨ ਜਿਹੜਾ ਉਹ ਆਪਣੇ ਕੋਲ ਸੈਂਟਰ ਦੇ ਵਿੱਚ ਨਹੀਂ ਆਇਆ। ਜ਼ਰੂਰੀ ਨਹੀਂ ਕਿ ਮੀਨ ਸੈਂਟਰ ਦੇ ਵਿੱਚ ਨਾ ਆਵੇ, ਮੀਨ ਸੈਂਟਰ ਦੇ ਵਿੱਚ ਵੀ ਆ ਸਕਦਾ ਹੈ। ਕਿਸ ਤਰ੍ਹਾਂ, ਅਗਰ ਐਗਜ਼ਾਮਪਲ ਸਾਡੇ ਕੋਲ ਇਹ ਹੁੰਦੀ ਕਿ 2 3 4 5 6। ਹੁਣ ਸਾਡੇ ਕੋਲ ਇਹ ਸੀਰੀਜ਼ ਹੈ, ਇਹ ਸੀਰੀਜ਼ ਦੇ ਲਈ ਅਸੀਂ ਮੀਨ ਫਾਈਂਡ ਆਊਟ ਕਰਾਂਗੇ ਸਮ ਆਫ ਆਲ ਵੈਲਿਊਜ਼ 2 + 3 + 4 + 5 + 6 ਡਿਵਾਈਡਡ ਬਾਈ ਦਾ ਨੰਬਰ ਆਫ ਵੈਲਿਊਜ਼, ਜਿਹੜੀਆਂ ਕਿ ਸਾਡੇ ਕੋਲ ਕਿੰਨੀਆਂ ਨੇ, 5। ਜਦੋਂ ਅਸੀਂ ਇਹਨੂੰ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਆਨਸਰ ਆ ਕੇ ਨਾ ਜਾਵੇਗਾ 4। ਅਤੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ 4 ਹੈ ਉਹ ਕੀ ਹੈ, ਮਿਡਲ ਮੋਸਟ ਵੈਲਿਊ ਹੈ ਇਸ ਸੀਰੀਜ਼ ਦੀ। ਤਾਂ ਮੀਨ ਜਿਹੜਾ ਰਾਜੇ ਉਹ ਸੈਂਟਰਲ ਵੈਲਿਊ ਆ ਵੀ ਸਕਦੀ ਹੈ, ਸੈਂਟਰਲ ਵੈਲਿਊ ਨਹੀਂ ਵੀ ਆ ਸਕਦੀ। ਅਤੇ ਅਸੀਂ ਇਹ ਮੰਨ ਕੇ ਚੱਲਦੇ ਸੀਗੇ, ਇਹ ਅਸੀਂ ਡੈਫੀਨੇਸ਼ਨ 'ਚ ਗੱਲ ਕਰਦੇ ਸੀ ਮੀਨ ਦੀ, ਕਿ ਮੀਨ ਜਿਹੜਾ ਹੈ ਉਹ ਲਾਈ ਕਰੂਗੀ ਸਮਵੇਅਰ ਇਨ ਦਾ ਮਿਡਲ। ਪਰ ਜਿਹੜੀ ਗੱਲ ਕਰੀਏ ਮੀਡੀਅਨ ਦੀ, ਮੀਡੀਅਨ ਦੇ ਵਿੱਚ ਜਿਹੜਾ ਹੈ ਸਾਨੂੰ ਇੱਕ ਕੰਡੀਸ਼ਨ ਲਗਾ ਦਿੱਤੀ ਗਈ ਹੈ ਕਿ ਤੁਹਾਡਾ ਡਾਟਾ ਜਿਹੜਾ ਹੈ ਉਹ ਅਰੇਂਜ ਹੋਣਾ ਚਾਹੀਦਾ, ਚਾਹੇ ਅਸੈਂਡਿੰਗ ਆਰਡਰ 'ਚ ਚਾਹੇ ਡਿਸੈਂਡਿੰਗ ਆਰਡਰ ਦੇ ਵਿੱਚ। ਅਸੀਂ ਜਦੋਂ ਕੁਐਸਚਨ ਸੋਲਵ ਕਰਦੇ ਹਾਂ ਤਾਂ ਅਸੀਂ ਜਿਹੜਾ ਜ਼ਿਆਦਾਤਰ ਅਸੈਂਡਿੰਗ ਆਰਡਰ ਦੇ ਵਿੱਚ ਡਾਟਾ ਅਰੇਂਜ ਕਰਕੇ ਚੱਲਦੇ ਹਾਂ, ਕਿਉਂਕਿ ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਰਾਜੇ, ਫਿਰ ਅਸੀਂ ਅਗਰ ਦੋਨੇ ਅਸੈਂਡਿੰਗ ਅਤੇ ਡਿਸੈਂਡਿੰਗ ਆਰਡਰ ਨਾਲ ਪ੍ਰੈਕਟਿਸ ਕਰਾਂਗੇ, ਵੀ ਇੱਕ ਕੁਐਸਚਨ ਅਸੀਂ ਅਸੈਂਡਿੰਗ ਨਾਲ ਕਰ ਲਿਆ, ਇੱਕ ਡਿਸੈਂਡਿੰਗ ਨਾਲ ਕਰ ਲਿਆ, ਇਹਦੇ ਨਾਲ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ, ਮਿਸਟੇਕ ਹੋਣ ਦੇ ਚਾਂਸ ਜ਼ਿਆਦਾ ਨੇ। ਤਾਂ ਅਸੀਂ ਇੱਕ ਹੀ ਜਿਹੜਾ ਆਰਡਰ ਨੂੰ ਪ੍ਰੈਕਟਿਸ ਜ਼ਿਆਦਾ ਕਰ ਲੈਂਦੇ ਹਾਂ, ਅਸੈਂਡਿੰਗ ਨੂੰ। ਹੁਣ ਗੱਲ ਕਰੀਏ ਮੀਡੀਅਨ ਦੀ, ਤਾਂ ਮੀਡੀਅਨ ਸਾਡੇ ਕੋਲ ਡੈਫੀਨੇਸ਼ਨ ਦੇ ਅਕੋਰਡਿੰਗ ਕੀ ਹੈ, ਪੋਜੀਸ਼ਨਲ ਐਵਰੇਜ। ਅਤੇ ਜੇ ਗੱਲ ਕਰੀਏ ਮੀਨ ਦੀ, ਤਾਂ ਮੀਨ ਰਾਜੇ ਸਾਡੇ ਕੋਲ ਕੀ ਹੈ, ਕੈਲਕੂਲੇਟਡ ਐਵਰੇਜ। ਦੋਨੇ ਹੀ ਐਵਰੇਜ ਨੇ, ਲੇਕਿਨ ਸਾਡੇ ਕੋਲ ਮੀਨ ਕੀ ਹੈ, ਕੈਲਕੂਲੇਟਡ ਐਵਰੇਜ ਹੈ। ਅਤੇ ਮੀਡੀਅਨ ਕੀ ਹੈ ਸਾਡੇ ਕੋਲ, ਉਹ ਹੈ ਆਪਣੇ ਕੋਲ ਪੋਜੀਸ਼ਨਲ ਐਵਰੇਜ। ਕਿਉਂ? ਕਿਉਂਕਿ ਮੀਡੀਅਨ ਜਿਹੜਾ ਉਹ ਰਾਜੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਮੀਡੀਅਨ, ਤੁਹਾਡੀ ਵੈਲਿਊ ਜਿਹੜੀ ਹੈ ਉਹ ਕਿੱਥੇ ਲਾਈ ਕਰਦੀ ਹੈ, ਪੋਜੀਸ਼ਨ ਦੇ ਨਾਲ ਰਿਸਪੈਕਟ ਟੂ। ਐਗਜ਼ਾਮਪਲ ਦੇਖਦੇ ਹਾਂ। ਹੁਣ ਸਾਡੇ ਕੋਲ ਸਪੋਜ਼ ਆਹੀ ਸੀਰੀਜ਼ ਹੈ 2 3 4 5 ਅਤੇ 6। ਹੁਣ ਅਗਰ ਗੱਲ ਕਰੀਏ 4 ਦੀ, ਤਾਂ 4 ਜਿਹੜਾ ਸਾਡੇ ਕੋਲ ਉਹ ਮਿਡਲ ਮੋਸਟ ਜਿਹੜਾ ਹੈ ਕੀ ਹੈ, ਨੰਬਰ ਹੈ। ਤਾਂ 4 ਕੀ ਆਪਣੇ ਕੋਲ ਮੀਡੀਅਨ ਹੈ, ਕਿਉਂਕਿ 4 ਦੀ ਇਸ ਸਾਈਡ ਲੈਫਟ ਹੈਂਡ ਸਾਈਡ 'ਤੇ ਵੀ 2 ਟਰਮਸ ਨੇ, 4 ਦੀ ਰਾਈਟ ਹੈਂਡ ਸਾਈਡ 'ਤੇ ਗੱਲ ਕਰੀਏ ਉੱਧਰ ਵੀ ਆਪਣੇ ਕੋਲ ਕਿੰਨੀਆਂ ਨੇ, 2 ਟਰਮਸ ਨੇ। ਅਤੇ ਅਸੀਂ ਜਿਹੜਾ ਮੀਡੀਅਨ ਫਾਈਂਡ ਆਊਟ ਕਰਦੇ ਸੀਗੇ, ਤਾਂ ਮੀਡੀਅਨ ਫਾਈਂਡ ਆਊਟ ਕਰਨ ਲਈ ਰਾਜੇ ਆਪਾਂ ਨੂੰ ਕੀ ਕਰਨਾ ਪੈਣਾ ਹੈ, 3 ਡਿਫਰੈਂਟ ਸੀਰੀਜ਼ ਦੇ ਵਿੱਚ ਅਸੀਂ ਇਹਨੂੰ ਫਾਈਂਡ ਆਊਟ ਕਰਦੇ ਹਾਂ।
ਫਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਕਿ ਅਸੀਂ ਡਾਟਾ ਨੂੰ ਜਿਹੜਾ ਹੈ ਉਹ 3 ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। 3 ਸੀਰੀਜ਼ ਦੀ ਫਾਰਮ ਦੇ ਵਿੱਚ ਅਸੀਂ ਉਹਨੂੰ ਕੈਟੇਗਰਾਈਜ਼ ਕੀਤਾ ਸੀ। ਸਭ ਤੋਂ ਪਹਿਲਾਂ ਸਾਡੇ ਕੋਲ ਸੀਰੀਜ਼ ਸੀਗੀ ਇੰਡੀਵਿਜੂਅਲ ਸੀਰੀਜ਼, ਫਿਰ ਉਸ ਤੋਂ ਬਾਅਦ ਸਾਡੇ ਕੋਲ ਰਜੇ ਸੀਰੀਜ਼ ਸੀਗੀ ਉਹ ਸੀਗੀ ਡਿਸਕ੍ਰੀਟ ਸੀਰੀਜ਼। ਡਿਸਕ੍ਰੀਟ ਸੀਰੀਜ਼ ਦੇ ਵਿੱਚ ਅਸੀਂ ਡਾਟਾ ਨੂੰ ਜਿਹੜਾ ਫ੍ਰੀਕੁਐਂਸੀ ਜਾਂ ਫਿਰ ਨੰਬਰ ਆਫ ਵੈਲਿਊਜ਼ ਦੇ ਰੂਪ ਦੇ ਵਿੱਚ ਅਸੀਂ ਡਿਫਾਈਨ ਕੀਤਾ ਸੀ। ਥਰਡ ਰਿਪਰੈਜ਼ੈਂਟੇਸ਼ਨ ਸਾਡੀ ਜਿਹੜੀ ਸੀਗੀ ਉਹ ਸੀਗੀ ਗਰੁੱਪ ਦੀ ਫਾਰਮ ਦੇ ਵਿੱਚ, ਜਿਸ 'ਚ ਅਸੀਂ ਕਲਾਸ ਇੰਟਰਵਲ ਜਿਹੜੇ ਬਣਾਏ ਸੀ। ਤਾਂ ਇਹ ਆਪਣੇ ਕੋਲ ਸੀਗੀਆਂ 3 ਟਾਈਪਸ ਦੀ ਰਿਪਰੈਜ਼ੈਂਟੇਸ਼ਨ ਆਫ ਡਾਟਾ ਜਾਂ ਫਿਰ ਸੀਰੀਜ਼ ਸੀਗੀਆਂ ਸਾਡੇ ਕੋਲ 3 ਤਰ੍ਹਾਂ ਦੀਆਂ। ਲੈਕਚਰ 2 ਦੇ ਵਿੱਚ ਅਸੀਂ ਮੀਨ ਫਾਈਂਡ ਆਊਟ ਕੀਤਾ ਸੀ ਇੰਡੀਵਿਜੂਅਲ ਸੀਰੀਜ਼ ਵਾਸਤੇ, ਡਿਸਕ੍ਰੀਟ ਸੀਰੀਜ਼ ਵਾਸਤੇ, ਅਤੇ ਅਸੀਂ ਕਿਹਾ ਸੀ ਗਰੁੱਪਡ ਸੀਰੀਜ਼ ਵਾਸਤੇ ਅਸੀਂ ਜਦੋਂ ਡਾਟਾ ਫਾਈਂਡ ਆਊਟ ਕਰਾਂਗੇ ਤਾਂ ਕਿਸ ਤਰ੍ਹਾਂ ਅਸੀਂ ਜਿਹੜਾ ਮੀਨ ਫਾਈਂਡ ਆਊਟ ਕੀਤਾ ਸੀ। ਇੱਕ ਅਸੀਂ ਹੋਰ ਟਾਈਪ ਦੀ ਸੀਰੀਜ਼ ਪੜ੍ਹੀ ਸੀ ਰਜੇ, ਓਪਨ ਐਂਡ ਸੀਰੀਜ਼। ਓਪਨ ਐਂਡ ਸੀਰੀਜ਼ ਦੇ ਵਿੱਚ ਅਸੀਂ ਕਿਹਾ ਸੀਗਾ ਕਿ ਜਦੋਂ ਸਾਡੇ ਕੋਲ ਬਹੁਤ ਜ਼ਿਆਦਾ ਵੇਰੀਏਸ਼ਨ ਆ ਜਾਂਦੀ ਹੈ ਵੈਲਿਊਜ਼ ਦੇ ਵਿੱਚ ਤਾਂ ਉਦੋਂ ਅਸੀਂ ਓਪਨ ਐਂਡ ਸੀਰੀਜ਼ ਦਾ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਮੈਂ ਸੈਲਰੀ ਦੀ ਐਗਜ਼ਾਮਪਲ ਲਿੱਤੀ ਸੀ ਅਲੱਗ-ਅਲੱਗ ਇੰਪਲੋਈਜ਼ ਦੀ, ਅਤੇ ਅਸੀਂ ਗੱਲ ਕੀਤੀ ਸੀਗੀ ਕਿ ਓਪਨ ਐਂਡ ਸੀਰੀਜ਼ ਦੇ ਵਿੱਚ ਅਸੀਂ ਮਿਡ ਟਰਮ ਜਿਹੜੀ ਹੈ ਫਾਈਂਡ ਆਊਟ ਨਹੀਂ ਕਰ ਸਕਦੇ, ਇਸ ਲਈ ਅਸੀਂ ਓਪਨ ਐਂਡ ਸੀਰੀਜ਼ ਦੇ ਵਿੱਚ ਜਿਹੜਾ ਮੀਨ ਪਤਾ ਨਹੀਂ ਕਰ ਸਕਦੇ। ਤਾਂ ਇਹਨਾਂ ਸਭ ਜਿਹੜੀਆਂ ਟਰਮਸ ਬਾਰੇ ਸੀਰੀਜ਼ ਬਾਰੇ ਅਸੀਂ ਜਿਹੜਾ ਹੈ ਦੇਖਾਂਗੇ ਕਿ ਮੀਡੀਅਨ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ ਅਤੇ ਕੀ ਅਸੀਂ ਓਪਨ ਐਂਡ ਸੀਰੀਜ਼ ਦੇ ਲਈ ਮੀਡੀਅਨ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਇਹ ਸਭ ਗੱਲਾਂ ਜਿਹੜੀਆਂ ਨੇ ਅੱਜ ਦੇ ਲੈਕਚਰ ਵਿੱਚ ਡਿਸਕਸ ਕਰਾਂਗੇ, ਅਤੇ ਉਸ ਤੋਂ ਬਾਅਦ ਡਿਸਕਸ ਕਰਾਂਗੇ ਮੋਡ ਬਾਰੇ। ਸਭ ਤੋਂ ਪਹਿਲੀ ਸੀਰੀਜ਼ ਆ ਸਾਡੇ ਕੋਲ ਇੰਡੀਵਿਜੂਅਲ ਸੀਰੀਜ਼। ਅਸੀਂ ਮੀਡੀਅਨ ਫਾਈਂਡ ਆਊਟ ਕਰਨਾ ਹੈ ਇੰਡੀਵਿਜੂਅਲ ਸੀਰੀਜ਼ ਦੇ ਵਿੱਚ। ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਹੋਵੇ ਚਾਹੇ ਕੋਈ ਵੀ ਸੀਰੀਜ਼ ਹੋਵੇ ਰਜੇ, ਸਟੈਪ 1 ਜਿਹੜਾ ਅਸੀਂ ਯਾਦ ਰੱਖਣਾ ਉਹ ਜਿਹੜੀ ਕੰਡੀਸ਼ਨ ਹੈ ਮੀਡੀਅਨ ਨੂੰ ਫਾਈਂਡ ਆਊਟ ਕਰਨ ਦੀ, ਇਹ ਹੈ ਕਿ ਅਰੇਂਜ ਕਰਨਾ। ਸਭ ਤੋਂ ਪਹਿਲਾਂ ਅਰੇਂਜ ਦਾ ਡਾਟਾ ਇਨ ਅਸੈਂਡਿੰਗ ਔਰ ਡਿਸੈਂਡਿੰਗ ਆਰਡਰ, ਜਾਂ ਫਿਰ ਅਸੈਂਡਿੰਗ ਆਰਡਰ 'ਚ ਕਰ ਲਓ ਜਾਂ ਫਿਰ ਡਿਸੈਂਡਿੰਗ ਆਰਡਰ ਦੇ ਵਿੱਚ ਡਾਟਾ ਅਰੇਂਜ ਕਰ ਲਓ। ਸਭ ਤੋਂ ਪਹਿਲਾ ਸਟੈਪ ਸਾਡਾ ਇਹ ਹੋਣਾ ਚਾਹੀਦਾ। ਅਗਰ ਇਹ ਸਟੈਪ ਮਿਸ ਹੋ ਗਿਆ ਤਾਂ ਸਾਡਾ ਕੁਐਸਚਨ ਜਿਹੜਾ ਗਲਤ ਹੋ ਜਾਣਾ ਹੈ, ਕਿਉਂਕਿ ਮੀਡੀਅਨ ਜੋ ਹੈ ਪੋਜੀਸ਼ਨਲ ਐਵਰੇਜ ਹੈ। ਪੋਜੀਸ਼ਨ ਜਿਹੜੀ ਹੈ ਉਹ ਤਾਂ ਹੀ ਫਾਈਂਡ ਆਊਟ ਕਰ ਸਕਦੇ ਹਾਂ ਜੇ ਡਾਟਾ ਇੱਕ ਕਰਮ ਦੇ ਵਿੱਚ ਰਿਪਰੈਜ਼ੈਂਟ ਕੀਤਾ ਉਹ ਕਰਮਵਾਰ ਜੇ ਉਸ ਨੂੰ ਰਿਪਰੈਜ਼ੈਂਟ ਕਰ ਦਾਂਗੇ। ਸਟੈਪ 2 ਹੈ ਰਜੇ ਕਿ ਅਸੀਂ ਮੀਡੀਅਨ ਫਾਈਂਡ ਆਊਟ ਕਰਨ ਦਾ ਫਾਰਮੂਲਾ ਕੀ ਯੂਜ਼ ਕਰਨਾ ਹੈ ਇੰਡੀਵਿਜੂਅਲ ਸੀਰੀਜ਼ ਦੇ ਵਿੱਚ। ਤਾਂ ਮੀਡੀਅਨ ਜਿਹੜਾ ਹੈ ਸਾਡੇ ਕੋਲ ਬਰਾਬਰ ਹੁੰਦਾ ਹੈ ਇੰਡੀਵਿਜੂਅਲ ਸੀਰੀਜ਼ ਲਈ n+1/2th ਟਰਮ ਸਾਡੀ ਕੀ ਹੁੰਦੀ ਹੈ ਮੀਡੀਅਨ ਟਰਮ ਹੁੰਦੀ ਹੈ। ਜਿਹੜਾ n ਹੈ ਸਾਡੇ ਕੋਲ ਉਹ ਰਿਪਰੈਜ਼ੈਂਟ ਕਰ ਰਿਹਾ ਨੰਬਰ ਆਫ ਟਰਮਸ ਨੂੰ, ਜਾਂ ਤਾਂ ਈਵਨ ਹੋ ਸਕਦੀਆਂ ਨੇ ਜਾਂ ਫਿਰ ਕੀ ਹੋ ਸਕਦੀਆਂ ਨੇ ਔਡ। ਈਵਨ ਅਤੇ ਔਡ ਦੋਨਾਂ ਕੇਸ ਦੇ ਵਿੱਚ ਅਸੀਂ ਇਹੀ ਫਾਰਮੂਲਾ ਯੂਜ਼ ਕਰਾਂਗੇ, ਇੱਕ ਹੀ ਫਾਰਮੂਲਾ ਯੂਜ਼ ਕਰਾਂਗੇ। ਜਦ ਕਿ ਜਦੋਂ ਅਸੀਂ ਕੁਐਸਚਨਸ ਕਰਦੇ ਸੀ ਤਾਂ ਈਵਨ ਅਤੇ ਔਡ ਲਈ ਅਸੀਂ ਡਿਫਰੈਂਟ ਜਿਹੜੇ ਆ ਫਾਰਮੂਲੇ ਯੂਜ਼ ਕਰਦੇ ਸੀਗੇ। ਜਦੋਂ ਸਾਡੇ ਕੋਲ ਵੈਲਿਊ ਔਡ ਹੁੰਦੀ ਸੀਗੀ ਅਤੇ ਜਦੋਂ ਸਾਡੇ ਕੋਲ ਵੈਲਿਊ ਈਵਨ ਹੁੰਦੀ ਸੀਗੀ ਤਾਂ ਉਸ 'ਤੇ ਅਸੀਂ ਮੀਡੀਅਨ ਦੀ ਜਿਹੜਾ ਹੈ ਡਿਫਰੈਂਟ ਵੈਲਿਊਜ਼ ਯੂਜ਼ ਕਰਦੇ ਸੀਗੇ, ਹੈ ਨਾ। ਜਦੋਂ ਆਪਣੇ ਕੋਲ ਔਡ ਹੁੰਦਾ ਸੀਗਾ ਤਾਂ ਆਪਾਂ ਮੀਡੀਅਨ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਸੀ, ਤਾਂ ਮੀਡੀਅਨ ਦਾ ਜਿਹੜਾ ਆਪਣੇ ਕੋਲ ਫਾਰਮੂਲਾ ਹੁੰਦਾ ਸੀ ਰਜੇ ਉਹ ਹੁੰਦਾ ਸੀਗਾ ਕਿ n+1/2 ਹੈ ਨਾ ਤੇ ਟਰਮ, ਅਤੇ ਜਦੋਂ ਅਸੀਂ ਈਵਨ ਫਾਈਂਡ ਆਊਟ ਕਰਦੇ ਸੀ ਤਾਂ ਆਪਣੇ ਕੋਲ n/2th ਟਰਮ ਹੁੰਦੀ ਸੀਗੀ। ਤਾਂ ਇਹ ਚੀਜ਼ ਜਿਹੜੀ ਆ ਉਹ ਇਸ ਕੇਸ ਦੇ ਵਿੱਚ ਨਹੀਂ ਆਪਾਂ ਕਰਾਂਗੇ, ਕਿਉਂਕਿ ਅੱਗੇ ਜਾ ਕੇ ਕੁਆਰਟਾਈਲਸ ਡਿਸਾਈਲਸ ਇਹ ਆਪਾਂ ਪ੍ਰੈਸੈਂਟਾਈਲਸ ਫਾਈਂਡ ਆਊਟ ਕਰਨੇ ਨੇ। ਤਾਂ ਰਜੇ ਉੱਥੇ ਜਿਹੜਾ ਫਾਰਮੂਲਾ ਹੈ ਉਹ n+1/2th ਇਹ ਉਹੀ ਯੂਜ਼ ਕਰਾਂਗੇ ਤਾਂ ਜੋ ਹੈ ਆਪਣੇ ਕੋਲ ਕਨਫਿਊਜ਼ਨ ਕ੍ਰੀਏਟ ਨਾ ਹੋਵੇ ਕਿ ਇੱਥੇ ਅਸੀਂ ਔਡਲੀ ਅਲੱਗ ਫਾਈਂਡ ਆਊਟ ਕਰ ਰਹੇ ਹਾਂ, ਈਵਨਲੀ ਅਲੱਗ ਫਾਈਂਡ ਆਊਟ ਕਰ ਰਹੇ ਹਾਂ। ਇਸ ਲਈ ਜਿਹੜਾ ਫਾਰਮੂਲਾ ਹੈ ਇੱਕ ਕਾਮਨ ਬਣਾ ਦਿੱਤਾ ਗਿਆ ਜਿਸ 'ਚ ਅਸੀਂ ਮੀਡੀਅਨ ਫਾਈਂਡ ਆਊਟ ਕਰ ਸਕਦੇ ਹਾਂ n ਦੀ ਵੈਲਿਊ ਚਾਹੇ ਔਡ ਹੋਵੇ ਚਾਹੇ ਈਵਨ ਹੋਵੇ। ਤਾਂ ਇਹ ਸੀ ਆਪਣੇ ਕੋਲ ਸਟੈਪ 2। ਹੁਣ ਅਸੀਂ ਐਗਜ਼ਾਮਪਲ ਲੈ ਕੇ ਦੇਖ ਲੈਂਦੇ ਹਾਂ। ਸਪੋਜ਼ ਸਾਡੇ ਕੋਲ n ਜਿਹੜਾ ਹੈ, ਸਭ ਤੋਂ ਪਹਿਲਾਂ ਐਗਜ਼ਾਮਪਲ ਲੈ ਲਈਏ, n ਜਿਹੜਾ ਹੈ ਈਵਨ ਹੋਵੇ, ਮਤਲਬ ਨੰਬਰ ਆਫ ਵੈਲਿਊਜ਼ ਸਾਨੂੰ ਈਵਨ ਦਿੱਤੀਆਂ ਹੋਣ ਅਤੇ ਨੰਬਰ ਆਫ ਵੈਲਿਊਜ਼ ਜਦੋਂ ਔਡ ਦਿੱਤੀਆਂ ਹੋਣ, ਤਾਂ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ ਮੀਡੀਅਨ ਨੂੰ। ਫਾਰਮੂਲਾ ਸੇਮ ਰਹੂਗਾ n+1/2th, ਲੇਕਿਨ ਜਿਹੜਾ ਸਾਡਾ ਪ੍ਰੋਸੀਜਰ ਹੋਇਆ ਉਹ ਦੇਖ ਲੈਂਦੇ ਹਾਂ ਵੀ ਕਿਵੇਂ ਫਾਈਂਡ ਆਊਟ ਕਰਨਾ ਹੈ। ਜਦੋਂ n ਈਵਨ ਹੈ, ਐਗਜ਼ਾਮਪਲ ਲੈ ਲੈਂਦੇ ਹਾਂ, ਸਾਡੇ ਕੋਲ ਨੰਬਰ ਆਫ ਟਰਮਸ ਜਿਹੜੀਆਂ ਨੇ ਸਪੋਜ਼ 2 4 6 8 12 13 ਅਤੇ 16 ਇਹ ਆਪਾਂ ਨੂੰ ਸੀਰੀਜ਼ ਦੇ ਰੱਖੀਏ। ਜਦੋਂ ਨੰਬਰ ਆਫ ਵੈਲਿਊਜ਼ ਕੀ ਦੇ ਰੱਖੀਆਂ ਨੇ ਈਵਨ ਦੇ ਰੱਖੀਆਂ ਨੇ, ਜਿਸ ਨੂੰ ਕਹਿ ਲਈਏ ਆਪਾਂ 7 ਦੇ ਰੱਖੀ ਹੈ ਨਾ। ਹੁਣ ਇਹਦਾ ਮੀਡੀਅਨ ਫਾਈਂਡ ਆਊਟ ਕਰਨਾ ਹੈ, ਤਾਂ ਮੀਡੀਅਨ ਫਾਈਂਡ ਆਊਟ ਕਰਨ ਦਾ ਫਾਰਮੂਲਾ ਅਸੀਂ ਪੜ੍ਹਿਆ n+1/2th ਟਰਮ ਜਿਹੜੀ ਸਾਡੀ ਮੀਡੀਅਨ ਹੋਵੇਗੀ, ਤਾਂ ਆਪਣੀ 4th ਟਰਮ ਜਿਹੜੀ ਹੈ ਉਹ ਕੀ ਹੋਵੇਗੀ ਮੀਡੀਅਨ, ਅਤੇ 4th ਟਰਮ ਸਾਡੀ ਕੀ ਹੈ 8। ਤਾਂ 8 ਕੀ ਆਪਣੇ ਕੋਲ ਮੀਡੀਅਨ ਹੈ ਕਿਹਦਾ ਇਸ ਪੂਰੀ ਦੀ ਪੂਰੀ ਸੀਰੀਜ਼ ਦਾ। ਤਾਂ ਤੁਸੀਂ ਦੇਖੋਗੇ 8 ਤੋਂ ਲੈਫਟ ਹੈਂਡ ਸਾਈਡ 'ਤੇ ਵੀ 3 ਟਰਮਸ ਨੇ, 8 ਤੋਂ ਰਾਈਟ ਹੈਂਡ ਸਾਈਡ 'ਤੇ ਵੀ 3 ਟਰਮਸ ਨੇ।
ਹੁਣ ਦੇਖਦੇ ਹਾਂ ਆਪਾਂ ਸੈਕਿੰਡ ਐਗਜ਼ਾਮਪਲ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਜੇ ਨੰਬਰ ਆਫ ਟਰਮ ਸਾਡੇ ਕੋਲ ਕੀ ਹੋਣ, ਔਡ ਹੋਣ। ਤਾਂ ਐਗਜ਼ਾਮਪਲ ਹੈ 2 4 6 8 12 ਅਤੇ 13। ਹੁਣ ਸਾਡੇ ਕੋਲ ਨੰਬਰ ਆਫ ਟਰਮਸ ਕਿੰਨੀਆਂ ਨੇ, 6 ਨੇ। ਤਾਂ ਮੀਡੀਅਨ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਉਹੀ ਸੇਮ ਫਾਰਮੂਲਾ n+1/2th ਟਰਮ। ਰਾਜੇ ਇੱਥੇ ਜਿਹੜਾ ਪ੍ਰੋਸੀਜਰ ਸਮਝਣ ਵਾਲਾ ਹੈ, ਧਿਆਨ ਨਾਲ ਸੁਣਿਓ। ਤਾਂ n+1/2th ਟਰਮ ਤਾਂ ਆਪਣੇ ਕੋਲ ਕਿੰਨਾ ਆ ਗਿਆ, 7/2th ਟਰਮ ਆ ਗਈ। ਤਾਂ ਕਿੰਨਾ ਆ ਗਿਆ, 3.5th ਟਰਮ। ਤਾਂ 3.5 ਆ ਗਿਆ ਸਾਡੇ ਕੋਲ ਜੀ। 3.5th ਟਰਮ ਜਿਹੜੀ ਸਾਡੇ ਕੋਲ ਮੀਡੀਅਨ ਆ ਗਈ। ਹੁਣ ਅਗਰ ਗੱਲ ਕਰੀਏ ਸੀਰੀਜ਼ ਦੀ, ਤਾਂ 3.5th ਟਰਮ ਦਾ ਕੀ ਮਤਲਬ ਹੈ, ਇਹ ਸਮਝਣਾ ਬਹੁਤ ਜ਼ਰੂਰੀ ਹੈ। 3.5th ਟਰਮ ਇਸ ਦਾ ਕੀ ਮਤਲਬ ਹੈ ਜੀ, ਇਸ ਦਾ ਮਤਲਬ ਹੈ ਥਰਡ ਟਰਮ ਪਲੱਸ 0.5 ਆਫ ਫੋਰਥ ਟਰਮ ਮਾਈਨਸ ਥਰਡ ਟਰਮ। ਤਾਂ ਕਹਿੰਦੇ ਜੀ ਸਾਡੇ ਕੋਲ ਜਿਹੜੀ 3.5th ਟਰਮ ਹੈ ਉਹ ਬਰਾਬਰ ਹੈ ਥਰਡ ਟਰਮ ਦੇ, ਅਤੇ ਉਹਦੇ 0.5 ਹਿੱਸੇ ਨੂੰ ਅਗਰ ਗੁਣਾ ਕਰ ਦਾਂਗੇ ਫੋਰਥ ਮਾਈਨਸ ਥਰਡ ਟਰਮ ਦੇ ਨਾਲ, ਤਾਂ ਸਾਡੇ ਕੋਲ 3.5th ਟਰਮ ਆ ਜਾਏਗੀ। ਹੁਣ ਅਸੀਂ ਇਸ ਜਿਹੜੀ ਆਪਣੀ ਸੀਰੀਜ਼ ਦੇ ਰੱਖੀ ਹੈ, ਇਸ ਸੀਰੀਜ਼ ਦੇ ਵਿੱਚ ਅਸੀਂ 3.5th ਟਰਮ ਇਸ ਫਾਰਮੂਲੇ ਨੂੰ ਯੂਜ਼ ਕਰਕੇ ਫਾਈਂਡ ਆਊਟ ਕਰਾਂਗੇ। ਸਭ ਤੋਂ ਪਹਿਲਾਂ ਥਰਡ ਟਰਮ ਆਪਣੀ ਸੀਰੀਜ਼ ਦੀ ਕੀ ਹੈ, 6। ਫਿਰ ਲਿਖਾਂਗੇ ਪਲੱਸ, ਫਿਰ 0.5, ਫਿਰ ਆਪਣੇ ਕੋਲ ਫੋਰਥ ਟਰਮ ਇਸ ਸੀਰੀਜ਼ ਦੀ ਕਿੰਨੀ ਹੈ, ਉਹ ਆਪਣੇ ਕੋਲ ਹੈ 8th। ਮਾਈਨਸ ਕਰ ਦਾਂਗੇ ਕਿਹੜੀ ਟਰਮ ਦੇ ਨਾਲ, ਥਰਡ ਟਰਮ ਦੇ ਨਾਲ, ਜੋ ਕਿ ਸਾਡੇ ਕੋਲ ਹੈ 6। ਤਾਂ ਆਪਣੇ ਕੋਲ ਕਿੰਨਾ ਆ ਗਿਆ ਜੀ, 6 + 0.5 × 2, ਤਾਂ ਆਪਣੇ ਕੋਲ ਆਨਸਰ ਆ ਗਿਆ 7। ਤਾਂ ਆਪਣੇ ਕੋਲ ਮੀਡੀਅਨ ਕਿੰਨਾ ਆ ਗਿਆ, ਇਸ ਸੀਰੀਜ਼ ਵਾਸਤੇ 7 ਆ ਗਿਆ। ਮਤਲਬ ਆਪਣਾ ਮੀਡੀਅਨ ਜਿਹੜਾ ਉਹ ਇੱਥੇ ਲਾਈ ਕਰੇਗਾ। ਤਾਂ ਰਾਜੇ ਜਦੋਂ ਆਪਣੇ ਕੋਲ ਈਵਨ ਸੀਰੀਜ਼ ਹੋਵੇ, ਔਡ ਸੀਰੀਜ਼ ਹੋਵੇ, ਦੋਨਾਂ ਦੇ ਕੇਸ 'ਚ ਇੱਕ ਹੀ ਫਾਰਮੂਲਾ ਯੂਜ਼ ਕਰਨਾ ਹੈ, ਡੈਟ ਇਜ਼ n+1/2। ਜਦੋਂ ਆਪਣੇ ਕੋਲ ਈਵਨ ਸੀਰੀਜ਼ ਆ, ਉਦੋਂ ਜਿਹੜਾ ਹੈ ਕੁਝ ਨਹੀਂ ਕਰਨਾ, ਸਿੰਪਲੀ n ਦੀ ਵੈਲਿਊ ਪੁੱਟ ਕਰਕੇ ਆਪਣੇ ਕੋਲ ਕੀ ਆ ਜਾਵੇਗਾ, ਮੀਡੀਅਨ ਆ ਜਾਵੇਗਾ। ਲੇਕਿਨ ਗੱਲ ਕਰੀਏ ਜਦੋਂ n ਔਡ ਹੈ, ਔਡ ਦੇ ਕੇਸ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀ ਟਰਮਸ ਆਉਣਗੀਆਂ, ਇਸ ਤਰ੍ਹਾਂ ਦੀ ਟਰਮਸ ਨੂੰ ਦੇ ਲਈ ਮੀਡੀਅਨ ਨੂੰ ਫਾਈਂਡ ਆਊਟ ਕਰਨ ਲਈ ਇਸ ਸੀਰੀਜ਼ ਦੇ ਵਿੱਚੋਂ ਅਗਰ ਅਸੀਂ ਮੀਡੀਅਨ ਨੂੰ ਫਾਈਂਡ ਆਊਟ ਕਰਨਾ, ਤਾਂ ਅਸੀਂ ਇਸ ਤਰ੍ਹਾਂ ਲਿਖਾਂਗੇ ਕਿ 3.5 ਨੂੰ ਅਸੀਂ ਲਿਖ ਸਕਦੇ ਹਾਂ ਥਰਡ ਟਰਮ ਪਲੱਸ 0.5 × ਫੋਰਥ ਟਰਮ ਮਾਈਨਸ ਥਰਡ ਟਰਮ ਤੋਂ ਨੈਕਸਟ ਵਾਲੀ ਟਰਮ, ਅਤੇ ਮਾਈਨਸ ਕਰ ਦੇਣਾ ਥਰਡ ਟਰਮ ਦੇ ਵਿੱਚੋਂ। ਅਤੇ ਜੇ ਸਾਨੂੰ ਕਹਿ ਦਿੱਤਾ ਜਾਵੇ ਕਿ 7.5th ਟਰਮ ਨੂੰ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਤਾਂ ਅਸੀਂ ਉਹਨੂੰ ਲਿਖਾਂਗੇ 7th ਟਰਮ ਪਲੱਸ 0.5, ਫਿਰ 7th ਤੋਂ ਇੱਕ ਨੈਕਸਟ ਟਰਮ ਸਾਡੇ ਕੋਲ ਕਿਹੜੀ ਹੈ, 8th ਟਰਮ, ਅਤੇ ਮਾਈਨਸ ਕਰ ਦਾਂਗੇ 7th ਦੇ ਵਿੱਚੋਂ, ਤਾਂ ਸਾਡੇ ਕੋਲ 7.5 ਟਰਮ ਆ ਜੂਗੀ। ਤਾਂ ਇਸ ਤਰ੍ਹਾਂ ਜਿਹੜਾ ਅਸੀਂ ਮੀਡੀਅਨ ਫਾਈਂਡ ਆਊਟ ਕਰਨਾ ਹੈ ਜਦੋਂ n ਈਵਨ ਹੈ ਅਤੇ n ਸਾਡੇ ਕੋਲ ਔਡ ਹੈ। ਸੈਕਿੰਡ ਸੀਰੀਜ਼ ਆ ਸਾਡੇ ਕੋਲ ਡਿਸਕ੍ਰੀਟ ਸੀਰੀਜ਼, ਜਿਸ 'ਚ ਅਸੀਂ ਫ੍ਰੀਕੁਐਂਸੀ ਨੂੰ ਇੰਟਰੋਡਿਊਸ ਕਰਵਾ ਦਿੰਦੇ ਹਾਂ। ਅਸੀਂ ਕਿਹਾ ਸੀਗਾ ਕਿ ਕੋਈ ਵੀ ਵੈਲਿਊ ਜਿਹੜੀ ਹੈ ਆਪਣੇ ਆਪ ਨੂੰ ਕਿੰਨੇ ਵਾਰ ਰਿਪੀਟ ਕਰ ਰਹੀ ਹੈ, ਉਹ ਉਹਦੀ ਹੁੰਦੀ ਹੈ ਫ੍ਰੀਕੁਐਂਸੀ। ਤਾਂ ਰਾਜੇ ਮੀਡੀਅਨ ਫਾਈਂਡ ਆਊਟ ਕਰਨ ਦਾ ਜਿਹੜਾ ਸਭ ਤੋਂ ਪਹਿਲਾ ਸਟੈਪ ਹੈ ਡਿਸਕ੍ਰੀਟ ਸੀਰੀਜ਼ ਦੇ ਵਿੱਚ, ਉਹ ਹੈ ਕਿ ਜਿਹੜਾ xi ਹੈ, ਜਿਹੜਾ ਡਾਟਾ ਹੈ, ਉਹ ਅਰੇਂਜ ਹੋਣਾ ਚਾਹੀਦਾ ਹੈ ਜਾਂ ਤਾਂ ਅਸੈਂਡਿੰਗ ਆਰਡਰ ਦੇ ਵਿੱਚ ਜਾਂ ਫਿਰ ਡਿਸੈਂਡਿੰਗ ਆਰਡਰ ਦੇ ਵਿੱਚ। ਸਾਡਾ ਡਾਟਾ ਜਿਹੜਾ ਆਲਰੇਡੀ ਜਿਹੜਾ ਅਰੇਂਜ ਹੈ ਇਨ ਦਾ ਫਾਰਮ ਆਫ ਅਸੈਂਡਿੰਗ ਆਰਡਰ। ਨੈਕਸਟ ਜਿਹੜਾ ਸਟੈਪ ਹੈ, ਸਟੈਪ 2 ਹੈ, ਉਹ ਹੈ ਕਿ ਇਹਦੇ ਵਿੱਚ ਅਸੀਂ ਮੀਡੀਅਨ ਦਾ ਜਿਹੜਾ ਫਾਰਮੂਲਾ ਯੂਜ਼ ਕਰਾਂਗੇ, ਉਹ ਫਾਰਮੂਲਾ ਸੇਮ ਹੋਵੇਗਾ ਜੋ ਅਸੀਂ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਯੂਜ਼ ਕੀਤਾ। n+1/2th ਟਰਮ ਸਾਡੀ ਮੀਡੀਅਨ ਹੋਵੇਗੀ। ਨੰਬਰ ਆਫ ਵੈਲਿਊ ਸਾਨੂੰ ਪਤਾ ਕਿੰਨੀਆਂ ਨੇ, ਟੋਟਲ ਸਾਡੇ ਕੋਲ 15 ਨੇ। fi ਨੂੰ ਅਸੀਂ ਟੋਟਲ ਕਰ ਦਾਂਗੇ ਤਾਂ ਨੰਬਰ ਆਫ ਵੈਲਿਊ ਸਾਡੇ ਕੋਲ ਆ ਜਾਣਗੀਆਂ, ਜਿਸ ਨੂੰ ਅਸੀਂ ਕੈਪੀਟਲ N ਵੀ ਕਹਿ ਦਿੰਦੇ ਹਾਂ। ਤਾਂ ਨੰਬਰ ਆਫ ਵੈਲਿਊਜ਼ ਸਾਡੇ ਕੋਲ ਕਿੰਨੀਆਂ ਨੇ, 15 ਨੇ। ਹੁਣ ਮੀਡੀਅਨ ਕਿੰਨਾ ਆ ਗਿਆ ਆਪਣੇ ਕੋਲ, ਮੀਡੀਅਨ ਆ ਗਿਆ ਰਾਜੇ 16/2th ਟਰਮ, ਜਾਣੀ ਕਿ 8th ਟਰਮ ਸਾਡੀ ਮੀਡੀਅਨ ਹੈ। ਲੇਕਿਨ ਇੱਥੇ ਇੱਕ ਟਵਿਸਟ ਹੈ। ਹੁਣ ਅਸੀਂ ਇੱਥੇ ਕੀ ਲਿਖਾਂਗੇ, ਕਮੂਲੇਟਿਵ ਫ੍ਰੀਕੁਐਂਸੀ ਨੂੰ ਇੰਟਰੋਡਿਊਸ ਕਰਾਵਾਂਗੇ। ਕਿਉਂ ਕਰਵਾਵਾਂਗੇ ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਕਮਿਊਲੇਟਿਵ ਫ੍ਰੀਕੁਐਂਸੀ ਕਿੰਨੀ ਆ ਜੂਗੀ ਸਾਡੀ, 2 ਆ ਜੂਗੀ, ਫਿਰ 2 + 5 7 ਆ ਜੂਗੀ। ਮੀਨ ਦੇ ਵਿੱਚ ਆਲਰੇਡੀ ਅਸੀਂ ਡਿਸਕਸ ਕੀਤਾ ਸੀ ਕਿ ਕਿਸ ਤਰ੍ਹਾਂ ਅਸੀਂ ਕਿਊਮੂਲੇਟਿਵ ਫ੍ਰੀਕੁਐਂਸੀ ਨੂੰ ਜਿਹੜਾ ਲਿਖ ਸਕਦੇ ਹਾਂ। ਉਸ ਤੋਂ ਬਾਅਦ ਆ ਜੂ 14 ਅਤੇ ਫਿਰ ਆ ਜੂ ਆਪਣੇ ਕੋਲ 15। ਹੁਣ ਜਿਹੜਾ ਤੁਹਾਡੇ ਕੋਲ ਇਹ ਵਰਡ ਲਿਖਿਆ 11 ਕਿਊਮੂਲੇਟਿਵ ਫ੍ਰੀਕੁਐਂਸੀ ਦਾ ਕੀ ਮਤਲਬ ਹੈ, ਜਾਂ ਆਪਣੇ ਕੋਲ 14 ਲਿਖਿਆ 14 ਕਿਊਮੂਲੇਟਿਵ ਫ੍ਰੀਕੁਐਂਸੀ ਦਾ ਕੀ ਮਤਲਬ ਹੈ। ਇਸ ਦਾ ਮਤਲਬ ਹੈ ਰਾਜੇ ਕਿ ਜਿਹੜੀਆਂ 12 ਤੋਂ ਲੈ ਕੇ 14 ਤੱਕ ਦੀਆਂ ਜਿੰਨੀਆਂ ਵੀ ਟਰਮਸ ਨੇ, ਉਹਨਾਂ ਦੀ ਵੈਲਿਊ ਜਿਹੜੀ ਆਪਣੇ ਕੋਲ 23 ਦੇ ਰੱਖੀ ਹੈ। ਤਾਂ ਕਿਊਮੂਲੇਟਿਵ ਫ੍ਰੀਕੁਐਂਸੀ ਦੱਸਦੀ ਹੈ ਕਿ ਕਿਊਮੂਲੇਟਿਵ ਫ੍ਰੀਕੁਐਂਸੀ 14 ਸਾਨੂੰ ਦੱਸ ਰਹੀ ਹੈ ਕਿ ਭਾਈ 12 ਤੋਂ ਸ਼ੁਰੂ ਹੋ ਕੇ
14 ਤੱਕਰ ਆਪਾਂ ਕਹਿੰਦੇ ਫਸਟ ਟਰਮ, ਸੈਕਿੰਡ ਟਰਮ, ਥਰਡ ਟਰਮ, ਫੋਰਥ ਟਰਮ, ਫਿਫਥ ਟਰਮ, ਸਿਕਸਥ ਟਰਮ। ਉਸੇ ਤਰ੍ਹਾਂ ਜਿਹੜੀ 12ਵੀਂ ਟਰਮ ਹੈ, 13ਵੀਂ ਟਰਮ ਹੈ ਅਤੇ 14ਵੀਂ ਟਰਮ ਹੈ, 12 ਤੋਂ ਲੈ ਕੇ 14 ਤੱਕਰ ਜਿੰਨੀਆਂ ਵੀ ਟਰਮਸ ਨੇ ਉਹਨਾਂ ਦੀ ਵੈਲਿਊ ਕਿੰਨੀ ਹੈ? 23 ਹੈ। ਇਹ ਆਪਾਂ ਨੂੰ ਜਿਹੜੀ ਹੈ 14 ਕਿਊਮੂਲੇਟਿਵ ਫ੍ਰੀਕੁਐਂਸੀ ਦੱਸ ਰਹੀ ਹੈ। ਤਾਂ ਰਾਜੇ ਹੁਣ ਆਪਣੇ ਕੋਲ ਮੀਡੀਅਨ ਜਿਹੜਾ ਹੈ ਉਹ ਕਿੰਨਾ ਆ ਗਿਆ? 8th ਆ ਗਿਆ। ਮਤਲਬ ਦੱਸਣਾ ਵੀ 8ਵੀਂ ਟਰਮ ਕੀ ਹੈ, ਅਸੀਂ ਇਹ ਦੱਸਣਾ ਹੈ। ਤਾਂ 8ਵੀਂ ਟਰਮ ਕਿੱਥੇ ਲਾਈ ਕਰਦੀ ਹੈ ਕਿਊਮੂਲੇਟਿਵ ਫ੍ਰੀਕੁਐਂਸੀ ਦੇ ਵਿੱਚ? ਆਹ 7 ਦਾ ਕੀ ਮਤਲਬ ਹੈ? ਇਹ 7 ਦਾ ਮਤਲਬ ਹੈ ਵੀ ਭਾਈ 3 ਤੋਂ ਲੈ ਕੇ 7 ਤੱਕਰ ਜਿਹੜੀਆਂ ਟਰਮਸ ਨੇ ਉਹਨਾਂ ਦੀ ਵੈਲਿਊ ਕਿੰਨੀ ਹੈ? 9 ਹੈ। ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ, ਇਹ ਮਿਸਟੇਕ ਨਹੀਂ ਕਰਨੀ। 15 ਦਾ ਕੀ ਮਤਲਬ ਹੈ? ਇੱਥੇ 15 ਦਾ ਮਤਲਬ ਹੈ ਰਾਜੇ ਕਿ 14 ਤੋਂ ਬਾਅਦ ਜਿਹੜੀ ਟਰਮ ਹੈ, 14 ਤੱਕਰ ਤਾਂ ਆ ਗਈਆਂ, 14 ਤੋਂ ਬਾਅਦ ਵਾਲੀ ਜਿਹੜੀ ਟਰਮ ਹੈ 15th ਟਰਮ ਹੈ ਜਿਹੜੀ ਸਾਡੇ ਕੋਲ ਉਹ ਕਿੰਨੀ ਹੈ? 27 ਹੈ। ਇਹਦਾ ਇਹ ਮਤਲਬ ਹੈ। ਤਾਂ ਇਸ ਚੀਜ਼ ਨੂੰ ਕਨਫਿਊਜ਼ ਨਹੀਂ ਹੋ ਜਾਣਾ, ਧਿਆਨ ਰੱਖਣਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ? ਅਰੇਂਜ ਕਰਨਾ ਡਾਟਾ, ਅਰੇਂਜ ਕਰਕੇ ਮੀਡੀਅਨ ਫਾਈਂਡ ਆਊਟ ਕਰਨਾ ਹੈ। ਮੀਡੀਅਨ ਫਾਈਂਡ ਆਊਟ ਕਰਕੇ ਕਿਊਮੂਲੇਟਿਵ ਫ੍ਰੀਕੁਐਂਸੀ ਜਿਹੜੀ ਲਿਖ ਲੈਣੀ ਹੈ। ਤੁਸੀਂ ਪਹਿਲਾਂ ਵੀ ਲਿਖ ਸਕਦੇ ਹੋ ਕਿਊਮੂਲੇਟਿਵ ਫ੍ਰੀਕੁਐਂਸੀ, ਉਹ 'ਚ ਕੋਈ ਜਿਹੜਾ ਹੈਗਾ ਪ੍ਰੋਸੀਜਰ ਨਹੀਂ ਹੈਗਾ ਕਿ ਕਿਊਮੂਲੇਟਿਵ ਫ੍ਰੀਕੁਐਂਸੀ ਮੀਡੀਅਨ ਕੱਢਣ ਤੋਂ ਬਾਅਦ ਲਿਖਣੀ ਹੈ, ਪਹਿਲਾਂ ਵੀ ਲਿਖ ਸਕਦੇ ਹੋ। ਤਾਂ ਆਪਣੇ ਕੋਲ ਮੀਡੀਅਨ ਕੀ ਆ ਗਿਆ? 8th ਟਰਮ ਆ ਗਿਆ। ਹੁਣ ਤੁਸੀਂ ਦੇਖੋ 8th ਟਰਮ ਜਿਹੜੀ ਹੈ ਕਿੱਥੇ ਲਾਈ ਕਰਦੀ ਹੈ? ਆ ਜਿਹੜਾ 11 ਹੈ ਇਹ ਕੀ ਕਹਿ ਰਿਹਾ? 11 ਕਹਿ ਰਿਹਾ ਵੀ 8ਵੀਂ ਤੋਂ ਲੈ ਕੇ 11ਵੀਂ ਪੋਜੀਸ਼ਨ। ਆਪਾਂ ਜੇ ਮੰਨ ਲਓ ਇੱਕ ਐਗਜ਼ਾਮਪਲ ਲਈਏ ਕਿ ਅਸੀਂ ਬੈਂਚਾਂ ਦੀ ਪੋਜੀਸ਼ਨ ਦੱਸਣੀ ਹੈ, ਅਸੀਂ ਕਿਹਾ ਵੀ 8ਵੀਂ ਤੋਂ ਲੈ ਕੇ 11ਵੀਂ ਪੋਜੀਸ਼ਨ 'ਤੇ ਉਹ ਵਿਦਿਆਰਥੀ ਬੈਠਣਗੇ ਜਿਨ੍ਹਾਂ ਦੇ 17 ਨੰਬਰ ਨੇ। ਠੀਕ ਹੈ ਜੀ। ਤਾਂ ਆਪਣਾ ਜਿਹੜਾ ਆਪਾਂ ਨੂੰ ਪੁੱਛਿਆ ਗਿਆ ਵੀ 8ਵੀਂ ਪੋਜੀਸ਼ਨ 'ਤੇ ਕਿੰਨੇ ਨੰਬਰ ਵਾਲਾ ਵਿਦਿਆਰਥੀ ਬੈਠਾ, ਤਾਂ ਆਪਾਂ ਕਹਾਂਗੇ ਜੀ ਉਹ ਬੈਠਾ 17 ਨੰਬਰ ਵਾਲਾ। ਤਾਂ ਆਪਣਾ ਮੀਡੀਅਨ ਕਿੰਨਾ ਆ ਗਿਆ? ਮੀਡੀਅਨ ਆ ਗਿਆ ਆਪਣੇ ਕੋਲ 17। ਤਾਂ ਇਸ ਤਰ੍ਹਾਂ ਜਿਹੜਾ ਡਿਸਕ੍ਰੀਟ ਸੀਰੀਜ਼ ਦੇ ਵਿੱਚ ਅਸੀਂ ਮੀਡੀਅਨ ਨੂੰ ਜਿਹੜਾ ਫਾਈਂਡ ਆਊਟ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਅਰੇਂਜਮੈਂਟ ਕਰਨੀ ਹੈ ਡਿਸੈਂਡਿੰਗ ਜਾਂ ਅਸੈਂਡਿੰਗ ਆਰਡਰ ਦੇ ਵਿੱਚ। ਫਿਰ ਉਸ ਤੋਂ ਬਾਅਦ ਮੀਡੀਅਨ ਫਾਈਂਡ ਆਊਟ ਕਰਕੇ ਕਿਊਮੂਲੇਟਿਵ ਫ੍ਰੀਕੁਐਂਸੀ ਦੇ ਵਿੱਚੋਂ ਜਿਹੜੀ ਮੀਡੀਅਨ ਦੀ ਵੈਲਿਊ ਪਤਾ ਕਰ ਲੈਣੀ ਹੈ। ਥਰਡ ਸਾਡੇ ਕੋਲ ਜਿਹੜੀ ਸੀਰੀਜ਼ ਆ ਉਹ ਹੈਗੀ ਗਰੁੱਪਡ ਸੀਰੀਜ਼। ਗਰੁੱਪਡ ਸੀਰੀਜ਼ ਦੇ ਵਿੱਚ ਅਸੀਂ ਜਿਹੜਾ ਹੈ ਕਲਾਸ ਇੰਟਰਵਲ ਨੂੰ ਜਿਹੜਾ ਇੰਟਰੋਡਿਊਸ ਕਰਵਾਇਆ ਸੀਗਾ। ਉਸ ਤੋਂ ਬਾਅਦ ਅਗਰ ਗੱਲ ਕਰੀਏ ਮੀਡੀਅਨ ਦੇ ਫਾਰਮੂਲੇ ਦੀ, ਤਾਂ ਉਹ ਬਰਾਬਰ ਹੁੰਦਾ L + n/2 - C / F × I ਦੇ। L n/2 C F ਅਤੇ I ਇਹ ਕੀ ਟਰਮਸ ਨੇ, ਇਹਨਾਂ ਬਾਰੇ ਗੱਲ ਕਰਦੇ ਹਾਂ। ਅਤੇ ਦੂਸਰੀ ਗੱਲ ਇਹ ਹੈਗੀ ਰਾਜੇ ਇਹਨਾਂ ਨਾਲ ਰਿਲੇਟਡ ਜਿਹੜਾ ਗਰੁੱਪਡ ਸੀਰੀਜ਼ ਦੇ ਨਾਲ ਰਿਲੇਟਡ ਮੀਡੀਅਨ ਦਾ ਕੁਐਸਚਨ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਨਹੀਂ ਜਾਂਦਾ, ਕਿਉਂਕਿ ਇਹ ਕੁਐਸਚਨ ਲੈਂਥੀ ਹੁੰਦਾ ਹੈ। ਇਹ ਮਲਟੀਪਲ ਚੋਇਸ ਕੁਐਸਚਨ ਨੂੰ ਇਸ ਨੂੰ ਬਣਾਉਣਾ ਮੁਸ਼ਕਿਲ ਹੈ, ਬਣਾ ਵੀ ਸਕਦੇ ਨੇ, ਪਰ ਅਸੀਂ ਜਿਹੜਾ ਯਾਦ ਰੱਖਣਾ ਇਹਦੇ ਫਾਰਮੂਲੇ ਨੂੰ ਯਾਦ ਰੱਖਣਾ ਹੈ, ਕਿਉਂਕਿ ਜੇ ਫਾਰਮੂਲਾ ਜਿਹੜਾ ਇਹਦੇ ਨਾਲ ਰਿਲੇਟਡ ਸਾਨੂੰ ਕੁਝ ਵੀ ਪੁੱਛ ਸਕਦੇ ਨੇ, ਤਾਂ ਇਸੇ ਕਰਕੇ ਫਾਰਮੂਲਾ ਅਸੀਂ ਯਾਦ ਰੱਖਾਂਗੇ। ਅਤੇ ਅਸੀਂ ਕੁਐਸਚਨ ਵੀ ਦੇਖ ਲਾਂਗੇ ਕਿ ਬਾਈ ਚਾਂਸ ਕੁਐਸਚਨ ਵੀ ਆ ਜਾਵੇ ਤਾਂ ਉਹਨੂੰ ਜਿਹੜਾ ਸੋਲਵ ਕਿਸ ਤਰ੍ਹਾਂ ਕਰਨਾ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਰਾਜੇ n/2 ਫਾਈਂਡ ਆਊਟ ਕਰਨਾ ਹੈ। ਸਭ ਤੋਂ ਪਹਿਲਾਂ ਜੇ ਅਗਰ ਕੋਈ ਚੀਜ਼ ਫਾਈਂਡ ਆਊਟ ਕਰਨੀ ਹੈ ਤਾਂ ਉਹ n/2 ਫਾਈਂਡ ਆਊਟ ਕਰਨਾ ਹੈ। n ਆਪਣੇ ਕੋਲ ਕੀ ਹੈ? ਟੋਟਲ ਨੰਬਰ ਆਫ ਫ੍ਰੀਕੁਐਂਸੀ ਜਾਂ ਫਿਰ ਨੰਬਰ ਆਫ ਵੈਲਿਊਜ਼ ਨੂੰ। ਜਿਹੜੀ ਆਪਣੇ ਕੋਲ ਆ ਸੀਰੀਜ਼ ਹੈ ਇਸ ਦੇ ਵਿੱਚ ਜਿੰਨੀ ਫ੍ਰੀਕੁਐਂਸੀ ਹੈ ਇਸਦੀ, ਜਿਸ ਨੂੰ ਅਸੀਂ ਸਿਗਮਾ Fi ਨਾਲ ਰਿਪਰਜੈਂਟ ਕਰਦੇ ਹਾਂ, ਉਹ ਆਪਣੇ ਕੋਲ ਕੀ ਹੈ? ਟੋਟਲ ਨੰਬਰ ਆਫ ਫ੍ਰੀਕੁਐਂਸੀਜ਼, ਜਿਸ ਨੂੰ ਅਸੀਂ n ਕਹਿੰਦੇ ਹਾਂ। ਤਾਂ ਸਟੈਪ 1 ਕੀ ਹੈ ਸਾਡੇ ਕੋਲ? ਸਟੈਪ 1 ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ n/2 ਫਾਈਂਡ ਆਊਟ ਕਰਨਾ ਹੈ। ਹੁਣ ਤੁਸੀਂ ਕਹੋਗੇ ਜੀ ਸਟੈਪ 1 ਤਾਂ ਸਾਡੇ ਕੋਲ ਇਹ ਹੁੰਦਾ ਸੀ ਕਿ ਡਾਟਾ ਅਰੇਂਜ ਕਰਨਾ ਹੈ। ਤਾਂ ਰਾਜੇ ਜਦੋਂ ਅਸੀਂ ਗਰੁੱਪਡ ਸੀਰੀਜ਼ ਦੀ ਗੱਲ ਕਰਦੇ ਹਾਂ ਤਾਂ ਡਾਟਾ ਜਿਹੜਾ ਹੁੰਦਾ ਹੈ ਮੈਕਸਿਮਮ ਟਾਈਮ ਅਰੇਂਜਡ ਹੀ ਦਿੱਤਾ ਹੁੰਦਾ, ਕਿਉਂਕਿ ਜਦੋਂ ਸੀਰੀਜ਼ ਦੀ ਗੱਲ ਕਰੀਏ ਗਰੁੱਪਡ ਸੀਰੀਜ਼ ਦੀ ਜਾਂ ਕਲਾਸ ਇੰਟਰਵਲ ਦੀ ਗੱਲ ਕਰੀਏ ਤਾਂ ਆਪਣੇ ਕੋਲ ਕਲਾਸ ਇੰਟਰਵਲ ਦੇਖ ਲਓ 0 ਤੋਂ 20 ਸ਼ੁਰੂ ਹੋਊਗਾ, ਫਿਰ 0 ਤੋਂ 20 ਤੋਂ ਬਾਅਦ 40 ਤੋਂ 60, ਫਿਰ 20 ਤੋਂ 40 ਇੱਦਾਂ ਨਹੀਂ ਦਿੱਤਾ ਹੁੰਦਾ। ਤਾਂ ਕਲਾਸ ਇੰਟਰਵਲ ਆਲਰੇਡੀ ਸਾਨੂੰ ਜਿਹੜਾ ਹੈ ਉਹ ਆਰਡਰ ਦੇ ਵਿੱਚ ਅਰੇਂਜਡ ਮਿਲਦਾ ਹੈ। ਤਾਂ ਇਸ ਲਈ ਜਿਹੜਾ ਇਸ ਚੀਜ਼ ਨੂੰ ਜ਼ਿਆਦਾ ਧਿਆਨ ਨਹੀਂ ਦੇਣਾ, ਪਰ ਫਿਰ ਵੀ ਧਿਆਨ ਰੱਖਿਓ। ਸਟੈਪ 1 ਸਾਡਾ ਕੀ ਹੋਏਗਾ ਕਿ ਅਸੀਂ ਸਭ ਤੋਂ ਪਹਿਲਾਂ ਫਾਈਂਡ ਕਰਨਾ ਹੈ n/2th ਟਰਮ ਨੂੰ। ਜਦੋਂ ਅਸੀਂ n/2th ਟਰਮ ਫਾਈਂਡ ਆਊਟ ਕਰ ਲਈ, ਉਹ ਸਾਡੇ ਕੋਲ ਹੋਵੇਗੀ ਸਾਡੀ ਮੀਡੀਅਨ ਕਲਾਸ। ਜਿਹੜੀ ਕਲਾਸ ਦੇ ਵਿੱਚ n/2th ਟਰਮ ਲਾਈ ਕਰਦੀ ਹੈ ਉਹ ਆਪਣੇ ਕੋਲ ਕੀ ਹੋਵੇਗੀ? ਮੀਡੀਅਨ ਕਲਾਸ ਹੋਵੇਗੀ। ਫਿਰ ਗੱਲ ਕਰੀਏ L ਦੀ, ਤਾਂ L ਆਪਣੇ ਕੋਲ ਕੀ ਹੈ ਰਾਜੇ? ਲੋਅਰ ਲਿਮਿਟ ਹੈ ਜਿਹੜੀ ਆਪਣੇ ਕੋਲ ਕਲਾਸ ਜਾਂ ਫਿਰ ਇੰਟਰਵਲ ਹੈ ਜਿਸ 'ਚ ਮੀਡੀਅਨ ਲਾਈ ਕਰਦਾ ਹੈ। ਲੋਅਰ ਲਿਮਿਟ ਆਫ ਕਲਾਸ ਇਨ ਵਿਚ ਮੀਡੀਅਨ ਲਾਈਜ਼। ਜਿਸ ਕਲਾਸ ਦੇ ਵਿੱਚ ਮੀਡੀਅਨ ਲਾਈ ਕਰਦਾ ਹੈ ਉਸ ਕਲਾਸ ਦੀ ਲੋਅਰ ਲਿਮਿਟ ਸਾਡੇ ਕੋਲ L ਹੋਵੇਗੀ। ਸਪੋਜ਼ ਜਿਹੜਾ ਮੀਡੀਅਨ 40 ਤੋਂ 60 'ਚ ਲਾਈ ਕਰਦਾ ਤਾਂ 40 ਆਪਣੇ ਕੋਲ ਕੀ ਹੋਊਗੀ? L ਦੀ ਵੈਲਿਊ ਹੋਊਗੀ, ਕਿਉਂਕਿ ਉਹ ਲੋਅਰ ਵੈਲਿਊ ਹੈ ਜਿਸ 'ਚ ਮੀਡੀਅਨ ਲਾਈ ਕਰ ਰਿਹਾ। ਨੈਕਸਟ ਸਾਡੇ ਕੋਲ ਹੈ ਸਮਾਲ f ਸਾਡੇ ਕੋਲ ਹੁੰਦੀ ਹੈ ਜੀ ਫ੍ਰੀਕੁਐਂਸੀ ਆਫ ਮੀਡੀਅਨ ਕਲਾਸ। ਜਿਸ ਕਲਾਸ 'ਚ ਮੀਡੀਅਨ ਲਾਈ ਕਰਦਾ ਉਸ ਕਲਾਸ ਦੀ ਫ੍ਰੀਕੁਐਂਸੀ।
कैपिटल सी ਨੂੰ ਥੋੜਾ ਧਿਆਨ ਨਾਲ ਸੁਣਿਓ। कैपिटल सी ਸਾਡੇ ਕੋਲ ਕੀ ਹੁੰਦੀ ਹੈ ਜੀ, ਕਿਊਮੂਲੇਟਿਵ ਫ੍ਰੀਕੁਐਂਸੀ ਹੁੰਦੀ ਹੈ। ਕਿਊਮੂਲੇਟਿਵ ਫ੍ਰੀਕੁਐਂਸੀ ऑफ क्लास proceeding the median class ਤਾਂ ਕਿਊਮੂਲੇਟਿਵ ਫ੍ਰੀਕੁਐਂਸੀ ਸਾਡੇ ਕੋਲ ਕੀ ਹੁੰਦੀ ਹੈ, ਜਿਸ ਕਲਾਸ ਨੂੰ ਆਪਾਂ ਆ ਦੇਖੋ ਆਪਣੇ ਕੋਲ 40 to 60 ਸਪੋਜ਼ ਮੀਡੀਅਨ ਕਲਾਸ ਹੈ ਨਾ, ਮੀਡੀਅਨ ਕਲਾਸ ਹੈ। ਇਸ ਕਲਾਸ ਤੋਂ ਪ੍ਰੋਸੀਡਿੰਗ, ਇਸ ਕਲਾਸ ਤੋਂ ਪਹਿਲਾਂ ਵਾਲੀ ਜਿਹੜੀ ਕਲਾਸ ਹੈ ਉਸ ਦੀ ਜਿਹੜੀ ਕਮੂਲੇਟਿਵ ਫ੍ਰੀਕੁਐਂਸੀ ਹੈ ਉਹ ਆਪਣੇ ਕੋਲ ਕੀ ਹੋਵੇਗੀ, ਸੀ ਹੋਵੇਗੀ। ਅਤੇ ਐਫ ਕੀ ਹੈ, ਸਮੋਲ ਐਫ ਕੀ ਹੈ, ਉਹ ਆਪਣੇ ਕੋਲ ਕਲਾਸ ਦੀ ਫ੍ਰੀਕੁਐਂਸੀ, ਜਿਸ ਕਲਾਸ 'ਚ ਮੀਡੀਅਨ ਲਾਈ ਕਰਦਾ ਉਸ ਕਲਾਸ ਦੀ ਫ੍ਰੀਕੁਐਂਸੀ ਦੈਟ ਇਜ਼ ਸਮੋਲ ਐਫ। ਜਿਸ ਕਲਾਸ 'ਚ ਮੀਡੀਅਨ ਲਾਈ ਕਰਦਾ ਉਸ ਕਲਾਸ ਤੋਂ ਪਹਿਲਾਂ ਵਾਲੀ ਇੱਕ ਕਲਾਸ ਦੀ ਕਮੂਲੇਟਿਵ ਫ੍ਰੀਕੁਐਂਸੀ ਸਾਡੇ ਕੋਲ ਕੈਪੀਟਲ ਸੀ ਹੋਵੇਗੀ। ਤਾਂ ਇਹ ਟਰਮਸ ਜਿਹੜੀਆਂ ਨੇ ਸਾਡੇ ਕੋਲ ਕਲੀਅਰ ਹੋਣੀਆਂ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਨੇ। ਫਿਰ ਆਪਾਂ ਦੇਖਦੇ ਹਾਂ ਕਿ ਐਗਜ਼ਾਮਪਲ ਨੂੰ ਕਿਸ ਤਰ੍ਹਾਂ ਸੋਲਵ ਕਰਨਾ, ਮੀਡੀਅਨ ਨੂੰ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ। ਤਾਂ ਇੱਕ ਐਗਜ਼ਾਮਪਲ 'ਚ ਦੇਖਦੇ ਹਾਂ ਰਾਜੇ ਕਿਸ ਤਰ੍ਹਾਂ ਅਸੀਂ ਮੀਡੀਅਨ ਫਾਈਂਡ ਆਊਟ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਕਿਹਾ ਕਿ ਫਾਈਂਡ ਆਊਟ ਕਰਨਾ ਹੈ n/2th ਟਰਮ ਨੂੰ ਫਾਈਂਡ ਆਊਟ ਕਰਨਾ ਹੈ। n/2th ਟਰਮ ਸਾਡੇ ਕੋਲ ਕਿੰਨੀ ਆ ਗਈ, ਜਿਹੜੀ ਇਹ ਫ੍ਰੀਕੁਐਂਸੀ ਹੈ ਇਹਦਾ ਸਮ ਕਿੰਨਾ ਆ ਗਿਆ, 2 + 3 5 5 + 6 11 11 + 9 ਕਿੰਨਾ ਆ ਗਿਆ 20। ਤਾਂ ਆਪਣੇ ਕੋਲ ਕਿੰਨਾ ਆ ਗਿਆ 20/2th, ਮਤਲਬ ਕਿ 10th ਜਿਹੜੀ ਆ ਆਪਣੇ ਕੋਲ 10th ਜਿਹੜੀ ਟਰਮ ਹੋਵੇਗੀ ਉਹ ਆਪਣੀ ਮੀਡੀਅਨ ਕਲਾਸ 'ਚ ਲਾਈ ਕਰੇਗੀ। ਹੁਣ 10th ਟਰਮ ਕਿੱਥੇ ਫਾਈਂਡ ਆਊਟ ਕਰਨੀ ਹੈ, ਜਿਸ ਤਰ੍ਹਾਂ ਅਸੀਂ ਲਾਸਟ ਜਿਹੜੀ ਡਿਸਕ੍ਰੀਟ ਸੀਰੀਜ਼ ਆ ਉਸ 'ਚ ਅਸੀਂ ਫਾਈਂਡ ਆਊਟ ਕੀਤੀ ਸੀ ਕਮੂਲੇਟਿਵ ਫ੍ਰੀਕੁਐਂਸੀ ਦਾ ਯੂਜ਼ ਕਰਕੇ ਫਾਈਂਡ ਆਊਟ ਕੀਤੀ ਸੀ ਮੀਡੀਅਨ, ਉਸੇ ਤਰ੍ਹਾਂ ਹੀ ਇਸ ਦੇ ਵਿੱਚ ਵੀ ਅਸੀਂ ਮੀਡੀਅਨ ਜਿਹੜਾ ਲੱਭਾਂਗੇ। ਹੁਣ 10th ਟਰਮ ਕਿੱਥੇ ਫਾਈਂਡ ਆਊਟ ਕਰਾਂਗੇ, ਪਹਿਲਾਂ ਸਮਝਦੇ ਹਾਂ ਕਿ ਕਿਊਮੂਲੇਟਿਵ ਫ੍ਰੀਕੁਐਂਸੀ ਜਿਹੜੀ ਲਿਖੀ ਹੋਈ ਹੈ ਉਹਨਾਂ ਦਾ ਕੀ ਮਤਲਬ ਹੈ। 5 ਦਾ ਕੀ ਮਤਲਬ ਹੈ, 5 ਦਾ ਮਤਲਬ ਹੈ ਰਾਜੇ 3 ਤੋਂ ਲੈ ਕੇ 5th ਜਿਹੜੀ ਪੋਜੀਸ਼ਨ ਹੈ ਉੱਥੇ ਉਹ ਬੱਚੇ ਬੈਠੇ ਨੇ ਜਿਨ੍ਹਾਂ ਦੇ ਨੰਬਰ 20 ਤੋਂ 40 ਦੇ ਵਿੱਚ ਨੇ। ਅਤੇ ਜੇਕਰ ਗੱਲ ਕਰੀਏ 11 ਦੀ, ਤਾਂ 11 ਦਾ ਮਤਲਬ ਹੈ ਕਿ 11 ਦਾ ਮਤਲਬ ਹੈ 6 ਤੋਂ ਲੈ ਕੇ 6 7 8 9 10 ਅਤੇ 11 ਦਾ ਮਤਲਬ ਹੈ 6 ਤੋਂ ਲੈ ਕੇ 11 ਪੋਜੀਸ਼ਨ ਤੱਕਰ, 6ਵੇਂ ਬੈਂਚ ਤੋਂ ਲੈ ਕੇ 11ਵੇਂ ਬੈਂਚ ਤੱਕਰ ਉਹ ਬੱਚੇ ਬੈਠੇ ਨੇ ਜਿਨ੍ਹਾਂ ਦੇ ਨੰਬਰ 40 ਤੋਂ 60 ਦੇ ਵਿੱਚ ਨੇ। ਹੁਣ ਸਾਨੂੰ ਕਿਹੜੀ ਪੋਜੀਸ਼ਨ ਫਾਈਂਡ ਆਊਟ ਕਰਨ ਲਈ ਕਿਹਾ ਗਿਆ, 10th ਪੋਜੀਸ਼ਨ। ਵੀ ਦੱਸੋ 10ਵੀਂ ਪੋਜੀਸ਼ਨ 'ਤੇ ਕਿਹੜੀ ਕਲਾਸ ਇੰਟਰਵਲ ਵਾਲੇ ਬੱਚੇ ਬੈਠੇ ਨੇ, ਤਾਂ 10ਵੀਂ ਪੋਜੀਸ਼ਨ 'ਤੇ ਬੈਠੇ ਨੇ ਜੀ 40 ਤੋਂ 60 ਕਲਾਸ ਇੰਟਰਵਲ ਵਾਲੇ ਬੱਚੇ। ਤਾਂ ਆ ਆਪਣੀ ਕੀ ਹੋਗੀ ਰਾਜੇ, ਇਹ ਆਪਣੀ ਹੋਗੀ ਮੀਡੀਅਨ ਕਲਾਸ। ਤਾਂ ਸਭ ਤੋਂ ਪਹਿਲਾ ਸਟੈਪ ਕੀ ਆ, ਆਪਾਂ n/2 ਫਾਈਂਡ ਆਊਟ ਕਰਨਾ ਹੈ। n/2 ਫਾਈਂਡ ਆਊਟ ਕਰਕੇ ਅਸੀਂ ਆਪਦੀ ਮੀਡੀਅਨ ਕਲਾਸ ਜਿਹੜੀ ਹੈ ਫਾਈਂਡ ਆਊਟ ਕਰ ਲੈਣੀ ਹੈ। ਜਦੋਂ ਮੀਡੀਅਨ ਕਲਾਸ ਫਾਈਂਡ ਆਊਟ ਹੋ ਗਈ ਤਾਂ ਬਾਕੀ ਸਾਰੀਆਂ ਜਿਹੜੀਆਂ ਵੈਲਿਊਜ਼ ਨੇ, ਟਰਮਸ ਨੇ, ਉਹ ਈਜ਼ਲੀ ਫਾਈਂਡ ਆਊਟ ਹੋ ਜਾਣਗੀਆਂ। ਹੁਣ ਆਪਾਂ ਐਲ ਫਾਈਂਡ ਆਊਟ ਕਰਨਾ ਹੈ। ਐਲ ਆਪਣੇ ਕੋਲ ਕੀ ਹੈ, ਲੋਅਰ ਲਿਮਿਟ ਆਪਣੀ ਕਲਾਸ ਦੀ ਕਿੰਨੀ ਹੈ 40। ਫਿਰ ਉਸ ਤੋਂ ਬਾਅਦ ਅਸੀਂ ਫਾਈਂਡ ਆਊਟ ਕਰਨਾ ਹੈ ਸਮੋਲ ਐਫ। ਤਾਂ ਕਿਊਮੂਲੇਟਿਵ ਫ੍ਰੀਕੁਐਂਸੀ ਇਸ ਜਿਹੜੀ ਸਾਡੇ ਕੋਲ ਮੀਡੀਅਨ ਕਲਾਸ ਹੈ ਉਹਦੀ ਓਨਲੀ ਫ੍ਰੀਕੁਐਂਸੀ, ਕਿਊਮੂਲੇਟਿਵ ਫ੍ਰੀਕੁਐਂਸੀ 'ਤੇ ਵੀ ਆਉਂਦੇ ਆ। ਤਾਂ ਫ੍ਰੀਕੁਐਂਸੀ ਉਸ ਕਲਾਸ ਦੀ ਜਿਸ ਕਲਾਸ 'ਚ ਮੀਡੀਅਨ ਲਾਈ ਕਰਦਾ ਉਹ ਆਪਣੇ ਕੋਲ ਕਿੰਨੀ ਹੈ 6। ਕਿਊਮੂਲੇਟਿਵ ਫ੍ਰੀਕੁਐਂਸੀ ਸਾਨੂੰ ਪਤਾ ਹੈ ਉਹ ਫ੍ਰੀਕੁਐਂਸੀ ਹੈ ਜਿਹੜੀ ਪ੍ਰੋਸੀਡਿੰਗ ਕਲਾਸ ਦੀ ਆਪਾਂ ਕਿਊਮੂਲੇਟਿਵ ਫ੍ਰੀਕੁਐਂਸੀ ਲੈਣੀ ਹੈ, ਦੈਟ ਇਜ਼ 5। ਨੈਕਸਟ ਸਾਡੇ ਕੋਲ ਕਿਹੜੀ ਟਰਮ ਬਚਦੀ ਹੈ, ਆਈ ਮੈਂ ਦੱਸਣਾ ਭੁੱਲ ਗਿਆ ਰਾਜੇ। ਆਈ ਆਪਣੇ ਕੋਲ ਕੀ ਹੁੰਦੀ ਹੈ, ਵਿਡਥ ਹੁੰਦੀ ਹੈ ਕਲਾਸ ਦੀ। ਵੀ ਕਲਾਸ ਦੇ ਵਿੱਚ ਡਿਫਰੈਂਸ ਕਿੰਨਾ ਹੈ, ਤਾਂ ਆਪਣੇ ਕੋਲ ਜਿਹੜੀ ਡਿਫਰੈਂਸ ਹੈ ਉਹ ਹੈਗਾ 20 ਦਾ। ਵਿਡਥ ਆਪਣੀ ਕਲਾਸ ਦੀ ਕਿੰਨੀ ਹੈ 20। ਤਾਂ ਹੁਣ ਸਾਰੀ ਵੈਲਿਊਜ਼ ਜਿਹੜੀਆਂ ਨੇ ਉਹ ਫਾਰਮੂਲੇ 1 ਦੇ ਵਿੱਚ ਸਬਸਟੀਟਿਊਟ ਕਰ ਦੇਣੀਆਂ। ਤਾਂ ਸਾਡੇ ਕੋਲ ਕਿੰਨਾ ਆ ਜਾਊਗਾ 40 ਪਲੱਸ n/2 ਦੀ ਵੈਲਿਊ ਆ ਗਈ ਸੀ ਆਪਣੇ ਕੋਲ 10 ਮਾਈਨਸ ਆਪਣੇ ਕੋਲ 5 ਡਿਵਾਈਡਡ ਕਿੰਨਾ 6 ਇੰਟੂ ਕਿੰਨਾ 20। ਤਾਂ ਕਿੰਨਾ ਆ ਗਿਆ ਰਾਜੇ, ਇਹਨੂੰ ਕੈਲਕੂਲੇਟ ਕਰਕੇ ਸੋਲਵ ਕਰੋਗੇ ਤਾਂ ਆਈ ਥਿੰਕ 56.6 ਜਿਹੜਾ ਤੁਹਾਡੇ ਕੋਲ ਮੀਡੀਅਨ ਦੀ ਵੈਲਿਊ ਆ ਜੂਗੀ। ਤਾਂ ਇਸ ਤਰ੍ਹਾਂ ਰਾਜੇ ਜਿਹੜਾ ਗਰੁੱਪਡ ਸੀਰੀਜ਼ ਦੇ ਵਿੱਚ ਮੀਡੀਅਨ ਕੈਲਕੂਲੇਟ ਕਰ ਲੈਣਾ, ਲੇਕਿਨ ਇਹ ਥੋੜ੍ਹੇ ਲੈਂਥੀ ਕੁਐਸਚਨ ਨੇ। ਇਹਨਾਂ ਨੂੰ ਸੋਲਵ ਕਰਨ ਲਈ ਜਿਹੜਾ ਰਾਜੇ ਆਪਣੇ ਕੋਲ ਟਾਈਮ ਜ਼ਿਆਦਾ ਲੱਗਦਾ ਹੈ। ਤਾਂ ਕੁਐਸਚਨ ਮੇਰੇ ਅਕੋਰਡਿੰਗ ਤਾਂ ਨਹੀਂ ਬਣਦਾ ਇਹਨਾਂ ਦਾ ਆਬਜੈਕਟਿਵ, ਲੇਕਿਨ ਤੁਹਾਨੂੰ ਇਸ ਫਾਰਮੂਲੇ ਦੇ ਨਾਲ ਰਿਲੇਟਡ ਜਿਹੜਾ ਕੁਛ ਨਾ ਕੁਛ ਪੁੱਛ ਸਕਦੇ ਨੇ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ। ਇਹ ਵੀ ਪੁੱਛ ਸਕਦੇ ਨੇ ਕਿ ਕਿਹੜਾ ਐਵਰੇਜ ਦਾ ਪ੍ਰੋਸੀਜਰ ਹੈ ਮੀਨ ਅਤੇ ਮੀਡੀਅਨ ਦੇ ਵਿੱਚੋਂ, ਜਾਂ ਫਿਰ ਪੁੱਛ ਸਕਦੇ ਆ ਮੀਨ, ਮੀਡੀਅਨ ਅਤੇ ਮੋਡ ਦੇ ਵਿੱਚੋਂ ਕਿਸ ਦੀ ਜਿਹੜੀ ਆ ਆਪਾਂ ਨੂੰ ਡਾਟਾ ਨੂੰ ਅਰੇਂਜਮੈਂਟ ਕਰਨ ਦੀ ਜ਼ਰੂਰਤ ਪੈਂਦੀ ਹੈ ਨਾ, ਇਸ ਤਰ੍ਹਾਂ ਦਾ ਕੁਐਸਚਨ ਬਣਾ ਸਕਦੇ। ਤਾਂ ਆਪਾਂ ਕਹਾਂਗੇ ਮੀਡੀਅਨ 'ਚ ਜ਼ਰੂਰਤ ਪੈਂਦੀ ਹੈ। ਹੋਰ ਇੱਕ ਗੱਲ ਹੋਰ ਸੀਗੀ ਕਿ ਅਸੀਂ ਕੀਤਾ ਸੀ ਕਿ ਗਰੁੱਪਡ ਸੀਰੀਜ਼ ਜਿਹੜੀ ਆ ਉਹਦੇ ਵਿੱਚ ਅਸੀਂ ਓਪਨ ਐਂਡਡ ਜਿਹੜੀ ਹੈ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਕੀਤੀ ਸੀ। ਓਪਨ ਐਂਡਡ ਦੇ ਵਿੱਚ ਅਸੀਂ ਮੀਨ ਫਾਈਂਡ ਆਊਟ ਨਹੀਂ ਕਰ ਸਕਦੇ ਸੀ।
ਹੁਣ ਗੱਲ ਕਰੀਏ ਓਪਨ ਐਂਡਡ ਕੁਐਸਚਨਸ ਦੀ, ਤਾਂ ਓਪਨ ਐਂਡਡ ਕੁਐਸਚਨਸ ਨੂੰ ਦੇ ਵਿੱਚ ਰਾਜੇ ਅਸੀਂ ਮੀਡੀਅਨ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਕਿਸ ਤਰ੍ਹਾਂ, ਹੁਣ ਇੱਥੇ ਲਗਾ ਲਓ 60 ਹੈ, ਇੱਥੇ ਇਹ ਵੀ ਲਿਖ ਸਕਦੇ ਸੀਗੇ ਕਿ ਅਬਵ 60, ਤਾਂ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਸੀਗਾ, ਉਹਦੇ ਨਾਲ ਸਾਡੇ ਕੋਲ ਕੀ ਆ ਜਾਣਾ ਸੀਗਾ, ਆਹੀ ਜਿਹੜੀ ਆਪਣੇ ਕੋਲ ਮੀਡੀਅਨ ਕਲਾਸ ਆ ਜਾਣੀ ਸੀ, ਇਹਦੇ ਨਾਲ ਤਾਂ ਆਪਣਾ ਕੁਝ ਲੈਣਾ ਦੇਣਾ ਹੀ ਨਹੀਂ ਹੈ। ਤਾਂ ਆਪਣਾ ਮੇਨ ਮਕਸਦ ਹੈ ਕਮਿਊਲੇਟਿਵ ਫ੍ਰੀਕੁਐਂਸੀ ਫਾਈਂਡ ਆਊਟ ਕਰਨੀ। ਕਿਊਮੂਲੇਟਿਵ ਫ੍ਰੀਕੁਐਂਸੀ ਚਾਹੇ ਓਪਨ ਐਂਡਡ ਕਲਾਸ ਇੰਟਰਵਲ ਹੋਵੇ, ਚਾਹੇ ਗਰੁੱਪ ਸੀਰੀਜ਼ ਹੋਵੇ, ਚਾਹੇ ਡਿਸਕ੍ਰੀਟ ਹੋਵੇ, ਅਸੀਂ ਕਿਊਮੂਲੇਟਿਵ ਫ੍ਰੀਕੁਐਂਸੀ ਫਾਈਂਡ ਆਊਟ ਕਰ ਹੀ ਲੈਣੀ ਹੈ। ਤਾਂ ਇਹ ਸੀਗਾ ਰਾਜੇ ਮੀਡੀਅਨ ਫਾਈਂਡ ਆਊਟ ਕਰਨ ਵਾਸਤੇ। ਹੁਣ ਅਸੀਂ ਕਰਾਂਗੇ ਮੋਡ। ਨੈਕਸਟ ਹੈ ਰਾਜੇ ਸਾਡੇ ਕੋਲ ਮੋਡ। The term which occurs most of the time is called mod, ਜਾਂ ਫਿਰ the term with highest frequency is called mod। ਇਹਦਾ ਕੀ ਮਤਲਬ ਹੈ? ਫੋਰ ਐਗਜ਼ਾਮਪਲ ਸਾਡੇ ਕੋਲ ਕੋਈ ਸੀਰੀਜ਼ ਦੇ ਰੱਖੀ ਹੈ 2, 3, 4, 9, 3, 6, ਇਹ ਸਾਡੇ ਕੋਲ ਕੋਈ ਸੀਰੀਜ਼ ਦੇ ਰੱਖੀ ਹੈ। ਅਗਰ ਇਸ ਸੀਰੀਜ਼ ਦੀ ਗੱਲ ਕਰੀਏ ਤਾਂ ਸਾਡੇ ਕੋਲ 3 ਹੈ ਜਿਹੜਾ ਉਹ 2 ਵਾਰ ਰਿਪੀਟ ਹੋ ਰਿਹਾ ਹੈ। 3 ਜਿਹੜੀ ਵੈਲਿਊ ਹੈ ਉਹ ਸਾਡੇ ਕੋਲ 2 ਵਾਰ ਰਿਪੀਟ ਹੋ ਰਹੀ ਹੈ। ਤਾਂ ਅਸੀਂ ਇੱਥੇ ਇਹ ਵੀ ਕਹਿ ਸਕਦੇ ਹਾਂ ਵੀ ਜਿਹੜੀ 3 ਆ ਉਹ ਮੋਸਟ ਆਫ ਦਾ ਟਾਈਮ ਰਿਪੀਟ ਹੋ ਰਿਹਾ, ਜਾਂ ਫਿਰ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ 3 ਹੈ ਉਹਦੀ ਫ੍ਰੀਕੁਐਂਸੀ ਜਿਹੜੀ ਹੈ ਉਹ ਸਭ ਨਾਲੋਂ ਜ਼ਿਆਦਾ ਹੈ। ਤਾਂ ਜਿਸ ਦੀ ਫ੍ਰੀਕੁਐਂਸੀ ਸਭ ਨਾਲੋਂ ਜ਼ਿਆਦਾ ਉਹ ਆਪਣੇ ਕੋਲ ਕੀ ਹੋਵੇਗਾ, ਮੋਡ ਹੋਵੇਗਾ। ਤਾਂ ਇੱਥੇ ਜਿਹੜੀ ਵੈਲਿਊ ਹੈ ਉਹ ਰਿਪੀਟ ਹੋ ਰਹੀ ਹੈ 2 ਵਾਰ। ਅਗਰ ਗੱਲ ਕਰੀਏ ਰਾਜੇ ਮੀਡੀਅਨ ਦੀ ਅਤੇ ਮੀਨ ਦੀ, ਮੀਡੀਅਨ ਅਤੇ ਮੀਨ ਦੋਨੇ ਨੇ ਜਿਹੜੇ ਉਹ ਆਪਣੇ ਕੋਲ ਕੀ ਨੇ, ਯੂਨੀਕ ਵੈਲਿਊਜ਼ ਨੇ। ਕਿਸੇ ਵੀ ਸੀਰੀਜ਼ ਦਾ ਇੱਕ ਹੀ ਮੀਡੀਅਨ ਹੋਊਗਾ, ਇੱਕ ਹੀ ਮੀਨ ਹੋਊਗਾ, ਯੂਨੀਕ ਵੈਲਿਊ ਹੋਊਗੀ। ਲੇਕਿਨ ਮੋਡ ਸਾਡੇ ਕੋਲ ਕੀ ਆ, ਉਹ ਯੂਨੀਕ ਵੈਲਿਊ ਨਹੀਂ ਹੈ। ਇੱਥੇ ਅਸੀਂ ਦੇਖ ਹੀ ਲਿੱਤਾ ਕਿ 3 ਜਿਹੜਾ ਸਾਡੇ ਕੋਲ 2 ਵਾਰ ਆ ਗਿਆ। ਕਿਵੇਂ ਨਹੀਂ ਆ ਸਾਡੇ ਕੋਲ ਯੂਨੀਕ ਵੈਲਿਊ, ਉਹ ਦੇਖ ਲੈਂਦੇ ਹਾਂ। ਹੁਣ ਸਪੋਜ਼ ਰਾਜੇ ਤੁਹਾਨੂੰ ਕਹਿ ਦਿੱਤਾ ਜਾਵੇ ਕਿ ਇੱਕ ਸੀਰੀਜ਼ ਦੇ ਰੱਖੀ ਹੈ, ਲੈਟ ਸਪੋਜ਼ ਕਿ 2, 3, 4, 9, 3, 6, 2। ਹੁਣ ਤੁਸੀਂ ਇਸ 'ਚ ਦੇਖੋਗੇ ਤਾਂ ਸਾਡੇ ਕੋਲ 2 ਵੀ ਜਿਹੜਾ ਉਹ ਰਿਪੀਟ ਹੋ ਰਿਹਾ ਹੈਗਾ, ਉਹਦੀ ਫ੍ਰੀਕੁਐਂਸੀ ਵੀ ਹਾਈਐਸਟ ਹੈ। 3 ਹੈ ਜਿਹੜਾ ਉਹ ਵੀ ਓਨੇ ਟਾਈਮਸ ਹੀ ਰਿਪੀਟ ਹੋ ਰਿਹਾ, ਉਹਦੀ ਫ੍ਰੀਕੁਐਂਸੀ ਵੀ ਹਾਈਐਸਟ ਹੈ। ਤਾਂ ਆਪਣੇ ਕੋਲ ਇੱਥੇ ਮੋਡ ਕੀ ਆ ਗਿਆ, ਇੱਥੇ ਮੋਡ ਆ ਗਿਆ 2, 3। ਤਾਂ ਆਪਣੇ ਕੋਲ ਇੱਥੇ ਮੋਡ ਦੀਆਂ 2 ਵੈਲਿਊਜ਼ ਆ ਗਈਆਂ, ਜਿਸ ਨੂੰ ਅਸੀਂ ਬਾਏ ਮੋਡਲ ਵੀ ਕਹਿੰਦੇ ਆ। ਲੇਕਿਨ ਅਗਰ ਗੱਲ ਕਰੀਏ ਮੀਡੀਅਨ ਦੀ ਅਤੇ ਮੀਨ ਦੀ, ਤਾਂ ਇਹ ਆਪਣੇ ਕੋਲ ਕੀ ਨੇ, ਯੂਨੀਕ ਵੈਲਿਊ ਨੇ। ਤਾਂ ਅਗਰ ਗੱਲ ਕਰੀਏ ਮੋਡ ਦੀ, ਤਾਂ ਆਪਣੇ ਕੋਲ ਕੀ ਹੈ, ਬਾਏ ਮੋਡਲ ਵੀ ਹੋ ਸਕਦਾ ਹੈ। ਔਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਆਪਾਂ ਨੂੰ ਕੋਈ ਸੀਰੀਜ਼ ਦੇ ਰੱਖੀ ਹੈ 2, 3, 3, 4, 9, 2, 9। ਹੁਣ ਇਸ ਦੇ ਵਿੱਚ ਤੁਸੀਂ ਦੇਖੋਗੇ ਤਾਂ 2 ਵੀ ਜਿਹੜਾ ਹੈ ਉਹ ਰਿਪੀਟ ਹੋ ਰਿਹਾ, 3 ਵੀ ਜਿਹੜਾ ਉਹ ਵੀ ਰਿਪੀਟ ਹੋ ਰਿਹਾ 2 ਵਾਰ, ਅਤੇ 9 ਹੈ ਉਹ ਵੀ ਜਿਹੜਾ ਰਿਪੀਟ ਹੋ ਰਿਹਾ। ਤਾਂ ਆਪਣੇ ਕੋਲ ਇੱਥੇ ਮੋਡ ਕਿੰਨਾ ਆ ਗਿਆ, ਉਹ ਆ ਗਿਆ 2, 3, 9। ਕਿਉਂਕਿ 2 ਜਿਹੜਾ ਉਹਦੀ ਹਾਈਐਸਟ ਫ੍ਰੀਕੁਐਂਸੀ ਵੀ 2 ਹੈ, 3 ਜਿਹੜਾ ਉਹਦੀ ਹਾਈਐਸਟ ਫ੍ਰੀਕੁਐਂਸੀ ਵੀ 2 ਹੈ, ਅਤੇ 9 ਹੈ ਉਹਦੀ ਹਾਈਐਸਟ ਫ੍ਰੀਕੁਐਂਸੀ ਵੀ ਜਿਹੜੀ ਹੈ 2 ਹੈ। ਅਤੇ ਇਸ ਕਰਕੇ ਆਪਣੇ ਕੋਲ ਮੋਡ ਆ ਗਿਆ 2, 3, 9। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਟਰਾਈ ਮੋਡਲ। ਤਾਂ ਇੱਥੇ ਦੇ ਸਾਨੂੰ ਇੱਕ ਚੀਜ਼ ਕਲੀਅਰ ਹੋ ਗਈ ਕਿ ਮੋਡ ਸਾਡੇ ਕੋਲ ਕੀ ਆ, ਉਹ ਯੂਨੀਕ ਨਹੀਂ ਹੈ, ਅਤੇ ਮੀਡੀਅਨ ਅਤੇ ਮੀਨ ਜਿਹੜਾ ਉਹ ਯੂਨੀਕ ਹੁੰਦਾ ਕਿਸੇ ਸੀਰੀਜ਼ ਵਾਸਤੇ। ਤਾਂ ਅਸੀਂ ਮੋਡ ਫਾਈਂਡ ਆਊਟ ਕਰਾਂਗੇ ਰਾਜੇ ਇੰਡੀਵਿਜੂਅਲ ਸੀਰੀਜ਼ ਵਾਸਤੇ, ਡਿਸਕ੍ਰੀਟ ਸੀਰੀਜ਼ ਵਾਸਤੇ ਅਤੇ ਗਰੁੱਪਡ ਸੀਰੀਜ਼ ਵਾਸਤੇ। ਇੰਡੀਵਿਜੂਅਲ ਸੀਰੀਜ਼ ਨੂੰ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਸਪੋਜ਼ ਸਾਨੂੰ ਕਿਹਾ ਗਿਆ ਕਿ ਮੋਡ ਦੱਸਣਾ ਇਸ ਡਾਟਾ ਦਾ 4, 5, 5, 6, 3, 2, 5, 6, 7, 5। ਤਾਂ ਜਦੋਂ ਵੀ ਇਸ ਤਰ੍ਹਾਂ ਦੀ ਇੰਡੀਵਿਜੂਅਲ ਸੀਰੀਜ਼ ਦਿੱਤੀ ਹੁੰਦੀ ਹੈ ਅਤੇ ਮੋਡ ਕੱਢਣ ਲਈ ਕਿਹਾ ਹੋ ਜਾਂਦਾ ਹੈ, ਤਾਂ ਉਸ ਟਾਈਮ 'ਤੇ ਸਭ ਤੋਂ ਪਹਿਲਾਂ ਧਿਆਨ ਦੇਣਾ ਹੈ ਕਿ ਅਸੀਂ ਗਲਤੀ ਨਾਲ ਕੋਈ ਟਰਮ ਜਿਹੜੀ ਆ ਉਹਨੂੰ ਅਨਟੱਚਡ ਨਾ ਰਹਿ ਜਾਵੇ, ਉਹਨੂੰ ਛੱਡ ਨਾ ਦਈਏ। ਤਾਂ 4 ਦੀ ਗੱਲ ਕਰੀਏ ਤਾਂ ਸਾਡੇ ਕੋਲ 4 ਕਿੰਨੇ ਵਾਰ ਰਿਪੀਟ ਹੋ ਰਿਹਾ, 4 ਇੱਕ ਵਾਰੀ ਰਿਪੀਟ ਹੋ ਰਿਹਾ। ਉਸ ਤੋਂ ਬਾਅਦ 5 ਦੀ ਗੱਲ ਕਰੀਏ ਤਾਂ 5 ਕਿੰਨੇ ਵਾਰ ਰਿਪੀਟ ਹੋ ਰਿਹਾ, 1, 2, 3 ਅਤੇ 4 ਵਾਰ ਰਿਪੀਟ ਹੋ ਰਿਹਾ ਸਾਡੇ ਕੋਲ 5। ਅਤੇ 7 ਦੀ ਗੱਲ ਕਰੀਏ ਤਾਂ 7 ਇੱਕ ਆ ਰਿਹਾ ਅਤੇ ਇੱਕ ਆ ਰਿਹਾ 2 ਵਾਰ। 6 ਦੀ ਗੱਲ ਕਰੀਏ 6 ਸਾਡੇ ਕੋਲ 2 ਵਾਰ ਰਿਪੀਟ ਹੋ ਰਿਹਾ, ਅਤੇ 3 ਅਤੇ ਜਿਹੜੇ 2 ਨੇ ਉਹ ਇੱਕ ਵਾਰ ਹੀ ਰਿਪੀਟ ਹੋ ਰਹੇ ਨੇ। ਤਾਂ ਸਾਨੂੰ ਪਤਾ ਹੈ ਕਿ ਸਭ ਤੋਂ ਹਾਈਐਸਟ ਫ੍ਰੀਕੁਐਂਸੀ ਕਿਹੜੀ ਟਰਮ ਦੀ ਹੈ, ਉਹ ਹੈਗੀ ਹੈ 5 ਦੀ। ਤਾਂ ਆਪਣੇ ਕੋਲ ਮੋਡ ਕਿੰਨਾ ਹੋਊਗਾ ਰਾਜੇ, ਮੋਡ ਆਊਗਾ ਆਪਣੇ ਕੋਲ 5, ਕਿਉਂਕਿ 5 ਜਿਹੜਾ ਹੈ ਉਹ ਆਪਣੇ ਕੋਲ 4 ਟਾਈਮਸ ਜਿਹੜਾ ਰਿਪੀਟ ਹੋ ਰਿਹਾ, ਅਤੇ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਰਿਪੀਟ ਹੋ ਰਿਹਾ ਹੈਗਾ ਕਿਹੜੀ ਵੈਲਿਊ, ਉਸ ਤੋਂ ਬਾਅਦ ਰਿਪੀਟ ਹੋ ਰਹੀ ਹੈ ਸਾਡੇ ਕੋਲ 6 ਰਿਪੀਟ ਹੋ ਰਿਹਾ ਹੈਗਾ। ਤਾਂ 6 ਜਿਹੜਾ ਉਹ ਸਿਰਫ ਕਿੰਨੇ ਵਾਰ ਰਿਪੀਟ ਹੋ ਰਿਹਾ, ਸਿਰਫ 2 ਵਾਰ ਰਿਪੀਟ ਹੋ ਰਿਹਾ। ਤਾਂ ਸਭ ਤੋਂ ਹਾਈਐਸਟ ਜਿਹੜੀ ਫ੍ਰੀਕੁਐਂਸੀ ਹੈ ਉਹ ਹੈਗੀ ਆ 5 ਦੀ। ਤਾਂ ਈਜ਼ੀ ਹੈ ਜੇ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਬਸ ਇਸ ਚੀਜ਼ ਦਾ ਧਿਆਨ ਰੱਖਣਾ ਕਿ ਕੋਈ ਜਿਹੜੀ ਟਰਮ ਹੈ ਉਹ ਅਸੀਂ ਜਿਹੜੀ ਹੈ ਛੱਡ ਨਾ ਦਈਏ, ਇਸ ਚੀਜ਼ ਦਾ ਬਸ ਧਿਆਨ ਰੱਖਣਾ ਜਦੋਂ ਇੰਡੀਵਿਜੂਅਲ ਸੀਰੀਜ਼ ਨੂੰ ਸੋਲਵ ਆਊਟ ਕਰਾਂਗੇ। ਸੈਕਿੰਡ ਹੈ ਸਾਡੇ ਕੋਲ ਡਿਸਕ੍ਰੀਟ ਸੀਰੀਜ਼।
ਨੈਕਸਟ ਹੈ ਰਾਜੇ ਸਾਡੇ ਕੋਲ ਡਿਸਕ੍ਰੀਟ ਸੀਰੀਜ਼। ਡਿਸਕ੍ਰੀਟ ਸੀਰੀਜ਼ ਦਾ ਰਾਜੇ ਸਭ ਤੋਂ ਸੌਖਾ ਹੈ ਮੋਡ ਕੈਲਕੂਲੇਟ ਕਰਨ ਲਈ। ਸਭ ਨੂੰ ਪਤਾ ਹੈ ਕਿ ਐਕਸ ਆਈ ਆਪਾਂ ਨੂੰ ਗਿਵਨ ਹੈ ਅਤੇ ਐਫ ਆਈ ਗਿਵਨ ਹੈ, ਫ੍ਰੀਕੁਐਂਸੀ ਗਿਵਨ ਹੈ। 2 ਜਿਹੜਾ ਹੈ ਆਪਣੇ ਕੋਲ ਉਹ 1 ਟਾਈਮ ਰਿਪੀਟ ਹੁੰਦਾ, 3 ਜਿਹੜਾ ਉਹ 6 ਟਾਈਮ ਰਿਪੀਟ ਹੁੰਦਾ, 7 8 ਟਾਈਮ ਰਿਪੀਟ ਹੁੰਦਾ, 9 ਜਿਹੜਾ ਆਪਣੇ ਕੋਲ 2 ਟਾਈਮਸ ਰਿਪੀਟ ਹੁੰਦਾ ਅਤੇ 12 ਜਿਹੜਾ ਰਿਪੀਟ ਹੁੰਦਾ ਹੈ 7 ਟਾਈਮਸ। ਤਾਂ ਸਭ ਤੋਂ ਹਾਈਐਸਟ ਫ੍ਰੀਕੁਐਂਸੀ ਕਿਸ ਵੈਲਿਊ ਦੀ ਹੈ? ਉਹ ਹੈਗੀ ਹੈ 7 ਦੀ। ਤਾਂ ਆਪਣੇ ਕੋਲ ਮੋਡ ਕਿੰਨਾ ਆ ਗਿਆ? ਮੋਡ ਆਪਣੇ ਕੋਲ ਆ ਗਿਆ 7। ਤਾਂ ਇਹ ਤਾਂ ਬਹੁਤ ਹੀ ਈਜ਼ੀ ਸੀ। ਲੇਕਿਨ ਅਗਰ ਗੱਲ ਕਰੀਏ ਜਿਹੜਾ ਟੇਬਲ 2 ਹੈ ਸਾਡੇ ਕੋਲ, ਟੇਬਲ 2 ਦੇ ਵਿੱਚ ਅਸੀਂ ਜਿਹੜੀ ਸੀਰੀਜ਼ ਲਿੱਤੀ ਹੈ ਉਸ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਹੈ ਉਹ 2 ਟਰਮਸ ਦੀ ਸੇਮ ਫ੍ਰੀਕੁਐਂਸੀ ਦੇ ਰੱਖੀ ਹੈ। ਤਾਂ ਇਸ ਕੇਸ 'ਚ ਘਬਰਾਉਣਾ ਨਹੀਂ ਹੈ ਰਾਜੇ, ਮੋਡ ਆਪਣੇ ਕੋਲ ਕਿੰਨਾ ਆ ਜੂ 3,9। ਪਰ ਹੁਣ ਮੰਨ ਲਓ ਜਿਹੜਾ ਮੈਂ ਇਹ ਕੁਐਸਚਨ ਦੇ ਦਿੱਤਾ, ਇਹ ਕੁਐਸਚਨ ਸਪੋਜ਼ ਜਿਹੜਾ ਆਬਜੈਕਟਿਵ ਪਾ ਦਿੱਤਾ ਅਤੇ ਮੈਂ ਤੁਹਾਨੂੰ ਜਿਹੜੀਆਂ ਆਨਸਰ ਦੇ ਰੱਖਿਆ ਉਹ ਆਨਸਰ ਦੇ ਰੱਖਿਆ 3, ਬੀ ਆਪਸ਼ਨ ਦੇ ਰੱਖੀ ਹੈ ਮੈਂ ਤੁਹਾਨੂੰ 2, ਸੀ ਆਪਸ਼ਨ ਦੇ ਰੱਖੀ ਹੈ ਮੈਂ ਤੁਹਾਨੂੰ 12 ਅਤੇ ਡੀ ਦੇ ਰੱਖੀ ਹੈ ਨਨ ਆਫ ਦੀਜ਼। ਤਾਂ ਰਾਜੇ ਇੱਥੇ ਨਨ ਆਫ ਦੀ ਦੀਜ਼ ਨਹੀਂ ਆਊਗਾ ਆਨਸਰ, ਇੱਥੇ ਆਨਸਰ ਕੀ ਆਊਗਾ ਆਪਣੇ ਕੋਲ? ਆਨਸਰ ਆਊਗਾ ਆਪਣੇ ਕੋਲ 3, ਕਿਉਂਕਿ ਆਪਣੇ ਕੋਲ 3 ਦੀ ਵੀ 6 ਫ੍ਰੀਕੁਐਂਸੀ ਹੈ ਅਤੇ 9 ਦੀ ਵੀ 6 ਫ੍ਰੀਕੁਐਂਸੀ ਹੈ। ਲੇਕਿਨ ਆਪਾਂ ਨੂੰ ਆਪਸ਼ਨ ਦੇ ਵਿੱਚ ਸਿਰਫ 3 ਮੈਂਸ਼ਨ ਕਰ ਰੱਖਿਆ, 9 ਮੈਂਸ਼ਨ ਨਹੀਂ ਕੀਤਾ। ਤਾਂ ਇੱਥੇ ਨਨ ਆਫ ਦੀ ਦੀਜ਼ ਨਾ ਲਾਇਓ, ਇੱਥੇ ਆਨਸਰ ਕਿੰਨਾ ਆਊਗਾ? 3 ਆਊਗਾ, ਕਿਉਂਕਿ 3 ਦੀ ਫ੍ਰੀਕੁਐਂਸੀ ਹਾਈਐਸਟ ਹੈ। ਹਾਂ, ਜੇ ਉਹ ਆਪਾਂ ਨੂੰ 3,9 ਦੇ ਦਿੰਦੇ, 2,9 ਦੇ ਦਿੰਦੇ, 12,9 ਦੇ ਦਿੰਦੇ ਤਾਂ ਵੀ ਇਹੀ ਆਪਸ਼ਨ ਆਉਣੀ ਸੀ। ਲੇਕਿਨ ਗੱਲ ਇਹ ਹੈ ਕਿ ਜੇ ਆਪਾਂ ਨੂੰ ਉਲਝਾਉਣ ਵਾਸਤੇ, ਥੋੜ੍ਹਾ ਕਨਫਿਊਜ਼ ਕਰਨ ਵਾਸਤੇ 9 ਜਿਹੜਾ ਉਹ ਮੈਂਸ਼ਨ ਨਾ ਕਰਨ ਨਾਲ 3 ਦੇ, ਤਾਂ ਘਬਰਾਉਣਾ ਨਹੀਂ ਹੈ, 3 ਹੀ ਆਨਸਰ ਆਵੇਗਾ, ਨਨ ਆਫ ਦੀ ਦੀਜ਼ ਆਨਸਰ ਨਹੀਂ ਆਵੇਗਾ। ਤਾਂ ਇਹ ਸੀ ਆਪਣੇ ਕੋਲ ਡਿਸਕ੍ਰੀਟ ਸੀਰੀਜ਼। ਹੁਣ ਨੈਕਸਟ ਹੈ ਸਾਡੇ ਕੋਲ ਗਰੁੱਪਡ ਸੀਰੀਜ਼। ਥਰਡ ਸੀਰੀਜ਼ ਆ ਰਾਜੇ ਸਾਡੇ ਕੋਲ ਗਰੁੱਪਡ ਸੀਰੀਜ਼। ਗਰੁੱਪਡ ਸੀਰੀਜ਼ ਦੇ ਵਿੱਚ ਸਾਨੂੰ ਪਤਾ ਕਲਾਸ ਇੰਟਰਵਲ ਗਿਵਨ ਹੁੰਦੇ ਨੇ ਅਤੇ ਫ੍ਰੀਕੁਐਂਸੀ ਗਿਵਨ ਹੈ। ਇਸ ਦੇ ਵਿੱਚ ਸਾਨੂੰ ਕਿਊਮੂਲੇਟਿਵ ਫ੍ਰੀਕੁਐਂਸੀ ਦੀ ਜ਼ਰੂਰਤ ਨਹੀਂ ਹੈ। ਮੋਡ ਕੱਢਣ ਦਾ ਜਿਹੜਾ ਫਾਰਮੂਲਾ ਉਹ ਸਾਡੇ ਕੋਲ ਹੈ L + FM - F1 ਡਿਵਾਈਡਡ ਬਾਈ 2FM - F1 - F2 ਇੰਟੂ I ਦੇ। ਹੁਣ ਰਾਜੇ ਜਿਹੜਾ ਇਹ ਮੋਡ ਕੱਢਣ ਦਾ ਜਿਹੜਾ ਕੰਸੈਪਟ ਹੈ ਗਰੁੱਪਡ ਸੀਰੀਜ਼ ਦੇ ਵਿੱਚ, ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਐਗਜ਼ਾਮ ਦੇ ਵਿੱਚ ਨਹੀਂ ਪੁੱਛੇ ਗਏ ਹੁਣ ਤੱਕ, ਔਰ ਉਮੀਦ ਨਹੀਂ ਹੈ ਕਿ ਇਸ ਨਾਲ ਰਿਲੇਟਡ ਸਾਡੇ ਕੋਲ ਮਲਟੀਪਲ ਚੋਇਸ ਕੁਐਸਚਨ ਕੋਈ ਬਣ ਸਕੇਗਾ। ਲੇਕਿਨ ਫਿਰ ਵੀ ਅਸੀਂ ਜਿਹੜਾ ਇਹਦਾ ਫਾਰਮੂਲਾ ਦੇਖ ਲੈਂਦੇ ਹਾਂ ਅਤੇ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਕੁਐਸਚਨ ਨੂੰ ਸੋਲਵ ਕਰਨਾ ਹੈ, ਤਾਂ ਕਿ ਜੇ ਇਹਦੇ ਨਾਲ ਰਿਲੇਟਡ ਸਾਡੇ ਕੋਲੋਂ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਤਾਂ ਸਾਨੂੰ ਉਹ ਪਤਾ ਹੋਵੇ। ਸਭ ਤੋਂ ਪਹਿਲਾਂ ਅਸੀਂ ਫਾਰਮੂਲੇ ਵਿੱਚ ਜਿਹੜੀਆਂ ਟਰਮਸ ਨੇ ਉਹਨਾਂ ਨੂੰ ਕਲੀਅਰ ਕਰ ਲੈਂਦੇ ਹਾਂ। ਸਾਡੇ ਕੋਲ ਸਭ ਤੋਂ ਪਹਿਲਾਂ L ਦੇ ਰੱਖਿਆ। L ਰਾਜੇ ਸਾਡੇ ਕੋਲ ਕੀ ਹੈ? ਇਹ ਆਪਣੇ ਕੋਲ ਹੈ ਲੋਅਰ ਲਿਮਿਟ ਕਿਸ ਦੀ? ਮਾਡਲ ਕਲਾਸ ਦੀ। ਜੋ ਸਾਡੀ ਮਾਡਲ ਕਲਾਸ ਹੋਵੇਗੀ ਉਸ ਦੀ ਲੋਅਰ ਲਿਮਿਟ ਜਿਹੜੀ ਹੈ ਉਹ ਆਪਾਂ L ਦੇ ਬਰਾਬਰ ਲਿਖ ਲਾਂਗੇ। ਉਸ ਤੋਂ ਬਾਅਦ ਰਾਜੇ ਸਾਡੇ ਕੋਲ ਆਉਂਦੀ ਹੈ I ਆਪਾਂ ਨੂੰ ਪਤਾ ਕੀ ਹੈ? ਵਿਡਥ ਹੈ ਕਿਸ ਦੀ? ਮਾਡਲ ਕਲਾਸ ਦੀ। ਨੈਕਸਟ ਸਾਡੇ ਕੋਲ ਕੀ ਹੈ? FM ਸਾਡੇ ਕੋਲ ਕੀ ਰਾਜੇ? ਫ੍ਰੀਕੁਐਂਸੀ ਹੈ ਆਫ ਮਾਡਲ ਕਲਾਸ। F1 ਦੀ ਗੱਲ ਕਰੀਏ ਤਾਂ ਸਾਡੇ ਕੋਲ F1 ਕੀ ਹੈ? ਅਗਰ ਸਪੋਜ਼ ਸਾਡੇ ਕੋਲ 6 ਜਿਹੜਾ ਹੈ ਉਹ ਮਾਡਲ ਕਲਾਸ ਦੀ ਫ੍ਰੀਕੁਐਂਸੀ ਹੈ ਅਤੇ F1 ਕੀ ਹੋਊਗੀ ਸਾਡੇ ਕੋਲ? ਉਸ ਤੋਂ ਪ੍ਰੋਸੀਡਿੰਗ, ਜਿਵੇਂ ਕਿ 3। ਤਾਂ F1 ਕੀ ਹੈ ਆਪਣੇ ਕੋਲ? ਪ੍ਰੋਸੀਡਿੰਗ ਫ੍ਰੀਕੁਐਂਸੀ ਹੈ ਮਾਡਲ ਕਲਾਸ ਦੀ, ਪ੍ਰੋਸੀਡਿੰਗ ਫ੍ਰੀਕੁਐਂਸੀ ਆਫ ਮਾਡਲ ਕਲਾਸ। ਅਤੇ F2 ਕਿਸ ਦੇ ਇਕੁਅਲ ਹੈ? F2 ਸਾਡੇ ਕੋਲ ਹੈ ਸਕਸੈਸਿਵ ਨੈਕਸਟ ਵਾਲੀ ਉਸ ਤੋਂ, ਜਿਵੇਂ 5 ਦੀ ਗੱਲ ਕਰੀਏ ਤਾਂ F2 ਆਪਣੇ ਕੋਲ ਕੀ ਹੈ? ਸਕਸੈਸਿਵ ਫ੍ਰੀਕੁਐਂਸੀ ਆਫ ਮਾਡਲ ਕਲਾਸ। ਅਤੇ ਉਸ ਤੋਂ ਬਾਅਦ ਰਾਜੇ ਗੱਲ ਕਰੀਏ ਇਸ ਫਾਰਮੂਲੇ ਦੀ, ਤਾਂ ਇਸ ਫਾਰਮੂਲੇ ਦੇ ਵਿੱਚ ਅਸੀਂ ਜਦੋਂ ਵੈਲਿਊ ਸਬਸਟੀਟਿਊਟ ਕਰਾਂਗੇ ਤਾਂ ਜਿਹੜਾ ਆਨਸਰ ਆਵੇਗਾ, ਆਨਸਰ ਸਾਡੇ ਕੋਲ ਕੀ ਹੋਵੇਗਾ? ਮੋਡ। ਹੁਣ ਅਸੀਂ ਵੈਲਿਊ ਸਬਸਟੀਟਿਊਟ ਕਰਦੇ ਹਾਂ ਇਸ ਜਿਹੜੀ ਗਿਵਨ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਨੂੰ ਯੂਜ਼ ਕਰਕੇ। ਸਾਡੇ ਕੋਲ ਸਭ ਤੋਂ ਪਹਿਲਾਂ ਫਾਈਂਡ ਆਊਟ ਕਰਨਾ ਹੈ FM ਫਾਈਂਡ ਆਊਟ ਕਰਾਂਗੇ ਵੀ ਕਿਹਦੀ ਫ੍ਰੀਕੁਐਂਸੀ, ਕਿਸ ਕਲਾਸ ਦੀ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਹੈ। ਤਾਂ ਸਾਨੂੰ ਪਤਾ ਇੱਥੇ 40 ਤੋਂ ਲੈ ਕੇ 60 ਜਿਹੜਾ ਕਲਾਸ ਇੰਟਰਵਲ ਹੈ ਇਹਦੀ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਜੋ ਸਾਡੇ ਕੋਲ FM ਹੈ। ਨੈਕਸਟ ਗੱਲ ਕਰੀਏ ਆਪਣੇ ਕੋਲ F1 ਕਿੰਨੀ ਹੈ? 3 ਅਤੇ F2 ਕਿੰਨੇ ਆ ਗਏ ਆਪਣੇ ਕੋਲ? 5 ਆ ਗਈ। ਹੁਣ L ਦੀ ਗੱਲ ਕਰੀਏ ਤਾਂ ਰਾਜੇ L ਹੈ ਆਪਣੇ ਕੋਲ ਲੋਅਰ ਲਿਮਿਟ ਆਫ ਮਾਡਲ ਕਲਾਸ ਜੋ ਕਿ 40 ਹੈ। I ਆਪਣੇ ਕੋਲ ਕੀ ਹੈ? ਵਿਡਥ। ਤਾਂ ਸਾਡੇ ਕੋਲ ਸਾਰੀਆਂ ਟਰਮਸ ਜਿਹੜੀਆਂ ਆ ਚੁੱਕੀਆਂ ਨੇ। ਹੁਣ ਇਹਨਾਂ ਵੈਲਿਊਜ਼ ਨੂੰ ਜਦੋਂ ਅਸੀਂ ਫਾਰਮੂਲੇ 'ਚ ਸਬਸਟੀਟਿਊਟ ਕਰਾਂਗੇ ਤਾਂ ਸਾਡੇ ਕੋਲ ਮੋਡ ਆ ਜਾਊਗਾ। ਲੇਕਿਨ ਇੱਥੇ ਇੱਕ ਪ੍ਰੋਬਲਮ ਜਿਹੜੀ ਆ ਉਹ ਕ੍ਰੀਏਟ ਹੋ ਜਾਂਦੀ ਹੈ ਜਦੋਂ ਸਪੋਜ਼ 6 ਜਿਹੜਾ ਹੈ ਉਹਦੀ ਜਗ੍ਹਾ 'ਤੇ ਮੈਂ ਲਿਖਾਂ 4 ਅਤੇ ਇੱਥੇ ਲਿਖਾਂ 6। ਹੁਣ ਜੇ ਜਿਹੜੀ ਆਪਣੇ ਕੋਲ FM ਹੈ, ਫ੍ਰੀਕੁਐਂਸੀ ਹੈ ਮਾਡਲ ਕਲਾਸ ਦੀ, ਉਹ ਆਪਣੇ ਕੋਲ ਕਿੰਨੀ ਆ ਗਈ? 6। ਪ੍ਰੋਬਲਮ ਇੱਥੇ ਤੱਕ ਨਹੀਂ ਕੋਈ ਹੈਗੀ ਕਿ ਅਸੀਂ ਕਿਹਾ ਵੀ 60 ਤੋਂ 70 ਲੈ ਕੇ ਇਹ ਆਪਣੀ ਕੀ ਹੈ? ਮਾਡਲ ਕਲਾਸ ਹੈ।
ਪਰ ਪ੍ਰੋਬਲਮ ਉਦੋਂ ਹੋਊਗੀ ਜਦੋਂ ਅਸੀਂ F2 ਫਾਈਂਡ ਆਊਟ ਕਰਨਾ ਹੈ। F1 ਤਾਂ ਸਾਨੂੰ ਪਤਾ 4 ਹੈ, ਲੇਕਿਨ F2 ਕਿੰਨੀ ਹੈ ਉਹ ਸਾਨੂੰ ਫ੍ਰੀਕੁਐਂਸੀ ਨਹੀਂ ਪਤਾ। ਅਸੀਂ ਇੱਥੇ 0 ਨਹੀਂ ਲੈ ਸਕਦੇ ਕਿਉਂਕਿ ਸਾਨੂੰ ਨਹੀਂ ਪਤਾ ਵੀ ਜਿਹੜਾ ਨੈਕਸਟ ਕਲਾਸ ਇੰਟਰਵਲ ਹੋਊਗਾ ਉਸ ਦੇ ਵਿੱਚ ਫ੍ਰੀਕੁਐਂਸੀ ਕਿੰਨੀ ਆ ਇਹਨਾਂ ਬੱਚਿਆਂ ਦੇ ਨੰਬਰਾਂ ਦੀ। ਤਾਂ ਇਹ ਇੱਥੇ ਆਪਣੇ ਕੋਲ ਪਹਿਲੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਦੂਸਰੀ ਪ੍ਰੋਬਲਮ ਕੀ ਹੈਗੀ, ਹੁਣ ਸਪੋਜ਼ ਰਜੇ ਇਹ ਆਪਣੇ ਕੋਲ ਕੋਈ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਦੇ ਰੱਖੀ ਹੈ ਅਤੇ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਦੇ ਵਿੱਚ ਸਾਡੇ ਕੋਲ ਇਹ ਫ੍ਰੀਕੁਐਂਸੀ ਦੇ ਰੱਖੀ ਹੈ। ਹੁਣ ਮੈਂ ਕੀ ਕੀਤਾ, ਸਪੋਜ਼ ਸੀਰੀਜ਼ ਦੀ ਜਿਹੜੀ ਉਹ ਚੇਂਜ ਕਰਤੀ ਅਤੇ ਇੱਥੇ ਆਪਣੇ ਕੋਲ ਜਿਹੜਾ ਹੈ ਉਹ ਫ੍ਰੀਕੁਐਂਸੀ ਆ ਗਈ 2 3 3 6। ਹੁਣ ਤੁਸੀਂ ਦੇਖੋਗੇ ਕਿ ਸਾਡੇ ਕੋਲ 2 ਕਲਾਸ ਇਹੋ ਜਿਹੀਆਂ ਜਿਨ੍ਹਾਂ ਦੀ ਫ੍ਰੀਕੁਐਂਸੀ ਸੇਮ ਹੈ। ਤਾਂ ਇਹ ਆਪਣੇ ਕੋਲ ਪ੍ਰੋਬਲਮ ਕ੍ਰੀਏਟ ਹੋ ਗਈ ਵੀ ਕਿਹੜੀ ਫ੍ਰੀਕੁਐਂਸੀ ਕਿਹੜੀ FM ਸਾਡੇ ਕੋਲ 3 ਹੈ, ਲੇਕਿਨ ਅਸੀਂ ਕਲਾਸ ਇੰਟਰਵਲ ਮਾਡਲ ਕਲਾਸ ਕਿਹਨੂੰ ਚੂਜ਼ ਕਰੀਏ। ਤਾਂ ਇੱਥੇ ਸਾਡੇ ਕੋਲ ਪ੍ਰੋਬਲਮ ਨੰਬਰ 2 ਆ ਗਈ। ਪਹਿਲੀ ਪ੍ਰੋਬਲਮ ਕਿ ਅਗਰ ਆਪਣੇ ਕੋਲ F2 ਹੀ ਨਾ ਕੱਢ ਸਕੀਏ। ਸੈਕਿੰਡ ਪ੍ਰੋਬਲਮ ਫ੍ਰੀਕੁਐਂਸੀ ਸੇਮ ਆ ਜਾਣ। ਤਾਂ ਇਸ ਕੇਸ ਦੇ ਵਿੱਚ ਮੋਡ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ। ਮੋਡ ਫਾਈਂਡ ਆਊਟ ਕਰਨ ਲਈ ਅਸੀਂ ਯੂਜ਼ ਕਰਦੇ ਹਾਂ ਐਮਪੀਰੀਕਲ ਰਿਲੇਸ਼ਨ ਨੂੰ, ਜੋ ਕਿ ਅਸੀਂ ਹੁਣ ਕਰਨ ਜਾ ਰਹੇ ਹਾਂ। ਐਮਪੀਰੀਕਲ ਰਿਲੇਸ਼ਨ ਬਿਟਵੀਨ ਮੀਨ, ਮੀਡੀਅਨ ਐਂਡ ਮੋਡ। ਅਸੀਂ ਕਿ ਜਦੋਂ ਅਸੀਂ ਮੋਡ ਫਾਈਂਡ ਆਊਟ ਕਰਦੇ ਹਾਂ ਰਜੇ ਤਾਂ ਸਾਡੇ ਕੋਲ ਕੁਝ ਪ੍ਰੋਬਲਮਸ ਆ ਜਾਂਦੀਆਂ ਨੇ। ਉਹ ਪ੍ਰੋਬਲਮਸ ਨੇ ਸਾਡੇ ਕੋਲ ਸਭ ਤੋਂ ਪਹਿਲਾਂ ਕਹਿੰਦੇ ਜੇ ਸਾਡੇ ਕੋਲ ਵੈਨ 2 or more classes have same highest frequency। ਅਸੀਂ ਇਹ ਗੱਲ ਕੀਤੀ ਸੀ ਕਿ ਜਦੋਂ 2 ਕਲਾਸਿਸ ਦੀ ਹਾਈਐਸਟ ਫ੍ਰੀਕੁਐਂਸੀ ਸੇਮ ਹੋਵੇ ਤਾਂ ਅਸੀਂ ਕਿਹੜੀ ਚੂਜ਼ ਕਰਾਂਗੇ। ਉੱਥੇ ਸਾਡੇ ਕੋਲ ਪ੍ਰੋਬਲਮ ਆ ਗਈ ਸੀਗੀ। ਸੈਕਿੰਡ ਪ੍ਰੋਬਲਮ ਆ ਗਈ, ਕਹਿੰਦੇ ਵੀ ਜਦੋਂ ਵੈਨ ਫਸਟ ਔਰ ਲਾਸਟ ਕਲਾਸ have highest frequency। ਕਹਿੰਦੇ ਪਹਿਲੀ ਅਤੇ ਜਿਹੜੀ ਆਖਰੀ ਕਲਾਸ ਹੈ ਉਹਨਾਂ ਦੀ ਫ੍ਰੀਕੁਐਂਸੀ ਹਾਈਐਸਟ ਹੋਵੇ। ਹੁਣ ਸਪੋਜ਼ ਰਜੇ ਆਪਣੇ ਕੋਲ ਫਸਟ ਕਲਾਸ ਹੈ ਜਿਹੜੀ ਉਹਦੀ ਫ੍ਰੀਕੁਐਂਸੀ ਹਾਈਐਸਟ ਹੈ ਤਾਂ ਆਪਾਂ ਉਸਨੂੰ ਕੀ ਮੰਨ ਲਿਆ, FM ਮੰਨ ਲਿਆ। ਹੁਣ ਜੇ ਗੱਲ ਕਰੀਏ F1 ਫਾਈਂਡ ਆਊਟ ਕਰਨ ਦੀ, F1 ਕੀ ਹੋਊਗੀ, ਉਸ ਤੋਂ ਇੱਕ ਪਹਿਲਾਂ ਵਾਲੀ ਕਲਾਸ ਦੀ ਫ੍ਰੀਕੁਐਂਸੀ। ਅਤੇ ਲੇਕਿਨ ਆਪਣੇ ਕੋਲ ਤਾਂ ਉਸ ਤੋਂ ਪਹਿਲਾਂ ਵਾਲੀ ਫ੍ਰੀਕੁਐਂਸੀ ਹੈ ਹੀ ਨਹੀਂ, ਆਪਣੇ ਕੋਲ ਤਾਂ ਡਿਸਟ੍ਰੀਬਿਊਸ਼ਨ ਹੀ ਨਹੀਂ ਉਸ ਤੋਂ ਪਹਿਲਾਂ ਵਾਲੀ ਦੀ, ਕਿਉਂਕਿ ਆਪਾਂ ਤਾਂ ਫਸਟ ਕਲਾਸ ਦੀ ਫ੍ਰੀਕੁਐਂਸੀ ਨੂੰ ਹੀ FM ਬਣਾ ਲਿਆ। ਤਾਂ ਉਸ ਕੇਸ 'ਚ ਪ੍ਰੋਬਲਮ ਆ ਜਾਂਦੀ ਹੈ। ਅਤੇ ਜਾਂ ਤਾਂ ਫਿਰ ਅਸੀਂ ਕੀਤਾ ਸੀਗਾ ਕਿ ਜਿਹੜੀ ਲਾਸਟ ਫ੍ਰੀਕੁਐਂਸੀ ਹੈ ਸਾਡੀ ਉਹ ਆਪਣੇ ਕੋਲ FM ਆ ਜੇ। ਤਾਂ ਹੁਣ ਇੱਥੇ F2 ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਉਹ ਪ੍ਰੋਬਲਮ ਆ ਗਈ ਸੀ। ਤਾਂ ਸੈਕਿੰਡ ਜਿਹੜਾ ਪੁਆਇੰਟ ਆ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ। ਥਰਡ ਜਿਹੜੀ ਪ੍ਰੋਬਲਮ ਹੈ ਰਾਜੇ ਉਹ ਇਹ ਹੈ ਕਿ ਜਿਹੜਾ ਆਹ ਫਾਰਮੂਲਾ ਹੈ ਮੋਡ ਦਾ, ਇਸ ਮੋਡ ਦੇ ਫਾਰਮੂਲੇ ਦੇ ਵਿੱਚ ਡਿਨੋਮੀਨੇਟਰ ਜਿਹੜਾ ਹੈ ਇਹ ਅਗਰ 0 ਹੋ ਜੇ ਤਾਂ ਆਪਣੇ ਕੋਲ ਜਿਹੜਾ ਹੈ ਮੋਡ ਫਾਈਂਡ ਆਊਟ ਨਹੀਂ ਕੀਤਾ ਜਾ ਸਕਦਾ। ਤਾਂ ਰਾਜੇ ਪ੍ਰੋਬਲਮ ਜਿਹੜੀ ਹੈ ਉਹ ਇਹ ਹੈ ਕਿ ਆਹ ਫਾਰਮੂਲਾ ਜਿਹੜਾ ਹੈ ਆਪਣੇ ਕੋਲ ਉਹ ਉਦੋਂ ਯੂਜ਼ ਕੀਤਾ ਜਾਊਗਾ ਜਦੋਂ ਆਪਣੇ ਕੋਲ ਆਹ ਤਿੰਨੇ ਕੰਡੀਸ਼ਨਸ ਜਾਂ ਤਿੰਨੇ ਪ੍ਰੋਬਲਮਸ ਨਾ ਹੋਣ। ਪਰ ਜੇ ਇਹਨਾਂ ਵਿੱਚੋਂ ਕੋਈ ਵੀ ਪ੍ਰੋਬਲਮ ਆ ਜੇ ਤਾਂ ਅਸੀਂ ਯੂਜ਼ ਕਰਾਂਗੇ ਐਮਪੈਰੀਕਲ ਫਾਰਮੂਲਾ, ਜਿਹੜਾ ਕਹਿੰਦਾ ਕਿ ਮੋਡ ਜੇ ਤੁਸੀਂ ਫਾਈਂਡ ਆਊਟ ਕਰਨਾ ਹੈ ਤਾਂ ਉਹ ਬਰਾਬਰ ਹੁੰਦਾ ਆਪਣੇ ਕੋਲ 3 ਮੀਡੀਅਨ ਮਾਈਨਸ 2 ਮੀਨ ਦੇ। ਹੁਣ ਇਹ ਫਾਰਮੂਲਾ ਦੇਖਣ ਦੇ ਵਿੱਚ ਤਾਂ ਆਸਾਨ ਨਜ਼ਰ ਆ ਰਿਹਾ, ਲੇਕਿਨ ਰਾਜੇ ਪੇਪਰ ਦੇ ਵਿੱਚ ਕੀ ਹੋ ਜਾਂਦਾ, ਗੜਬੜੀ ਹੋ ਜਾਂਦੀ ਹੈ। ਅਸੀਂ ਇਹ ਫਾਰਮੂਲਾ ਜਿਹੜਾ ਹੈ ਉਹ ਭੁੱਲ ਜਾਂਦੇ ਹਾਂ, ਅਸੀਂ ਗੜਬੜ ਕਰ ਜਾਂਦੇ ਹਾਂ ਵੀ 2 ਕਿਹਦੇ ਨਾਲ ਲੱਗੂਗਾ, 3 ਕਿਹਦੇ ਨਾਲ ਲੱਗੂਗਾ, ਮਾਈਨਸ ਕਿਹਦੇ ਅੱਗੇ ਆਊਗਾ, ਫਾਰਮੂਲਾ ਕਿਸ ਦਾ ਫਾਈਂਡ ਆਊਟ ਕਰਨਾ ਹੈ। ਕਿਉਂਕਿ ਹੁਣ ਮੈਂ MCQs ਕਰਵਾਊਂਗਾ ਤੁਹਾਨੂੰ ਇਸ ਤੋਂ ਬਾਅਦ, ਤਾਂ ਤੁਸੀਂ ਦੇਖੋਗੇ ਕਿ ਉੱਥੇ ਜਿਹੜਾ ਇਹ ਫਾਰਮੂਲਾ ਹੈ ਉਹਨੂੰ ਸ਼ਫਲ ਕਰਕੇ ਲਿਖ ਦਿੰਦੇ ਆ ਅਤੇ ਪੁੱਛਦੇ ਆ ਵੀ ਕਿਹੜੀ ਆਪਸ਼ਨ ਕਰੈਕਟ ਆਪਸ਼ਨ ਹੈ। ਤਾਂ ਉਸ ਕੇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਉਹ ਇਹਨੂੰ ਯਾਦ ਰੱਖਣਾ, ਉਹਦਾ ਇੱਕ ਤਰੀਕਾ ਹੈ ਕਿ ਰਜੇ ਅਸੀਂ ਇਹ ਫਾਰਮੂਲਾ ਕਦੋਂ ਕੀਤਾ ਸੀ, ਜਦੋਂ ਸਾਨੂੰ ਮੋਡ ਫਾਈਂਡ ਆਊਟ ਕਰਨ ਦੇ ਵਿੱਚ 3 ਪ੍ਰੋਬਲਮਸ ਆਈਆਂ ਸੀਗੀਆਂ। ਅਤੇ ਸਾਨੂੰ ਪਤਾ ਹੈ ਕਿ ਜਿਹੜਾ ਮੀਨ ਹੈ ਉਹਦੇ ਵਿੱਚ ਕਿੰਨੇ ਸ਼ਬਦ ਨੇ, ਉਹਦੇ ਵਿੱਚ ਨੇ ਟੋਟਲ 4 ਸ਼ਬਦ। ਤਾਂ 2 ਮਲਟੀਪਲਾਈ ਬਾਏ ਡਬਲ ਆਫ ਇਟਸ ਲੈਟਰ, 3 ਮਲਟੀਪਲਾਈ ਬਾਏ ਡਬਲ ਆਫ ਇਟਸ ਲੈਟਰ। ਤਾਂ ਮੀਡੀਅਨ ਦੇ ਵਿੱਚ 6 ਅੱਖਰ ਨੇ, ਇਸੇ ਕਰਕੇ 3 ਉਹਦੇ ਨਾਲ ਮਲਟੀਪਲਾਈ ਹੈ। ਮੀਨ ਦੇ ਵਿੱਚ 4 ਅੱਖਰ ਨੇ, ਇਸੇ ਕਰਕੇ ਉਹਦੇ ਨਾਲ 2 ਮਲਟੀਪਲਾਈ ਹੈ। ਅਤੇ ਹੁਣ ਮਾਈਨਸ ਦੀ ਗੱਲ ਆ ਗਈ, ਤਾਂ ਮਾਈਨਸ ਕਰਨ ਵੇਲੇ ਅਸੀਂ ਵੱਡੇ 'ਚੋਂ ਛੋਟਾ ਮਾਈਨਸ ਕਰਨਾ, 3 ਚੋਂ 2 ਮਾਈਨਸ ਕਰਨਾ। ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਇਹਨੂੰ ਯਾਦ ਰੱਖ ਸਕਦੇ ਹੋ। ਤਾਂ ਜਦੋਂ ਇਹਨੂੰ ਯਾਦ ਰੱਖੋਗੇ ਤਾਂ ਜੇ ਇਹਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨਸ ਨੇ, ਜੇ ਇਹਨੂੰ ਸ਼ਫਲ ਕਰਕੇ ਵੀ ਲਿਖਦੇ ਨੇ, ਜੇ ਪੇਪਰ ਐਗਜ਼ਾਮ ਦੇ ਵਿੱਚ ਤੁਹਾਨੂੰ ਪੁੱਛ ਲਿੱਤਾ ਜਾਂਦਾ ਹੈ ਕਿ ਮੀਡੀਅਨ ਜਿਹੜਾ ਫਾਈਂਡ ਆਊਟ ਕਰੋ ਜੇ ਤੁਹਾਨੂੰ ਮੋਡ ਗਿਵਨ ਹੈ ਜਾਂ ਫਿਰ ਮੀਨ ਜਿਹੜਾ ਦਿੱਤਾ ਹੋਇਆ ਹੈਗਾ, ਤਾਂ ਉਸ ਕੇਸ 'ਚ ਤੁਸੀਂ ਇਸ ਫਾਰਮੂਲੇ ਦਾ ਯੂਜ਼ ਕਰਕੇ ਆਨਸਰ ਫਾਈਂਡ ਆਊਟ ਕਰ ਸਕਦੇ ਹੋ।
लेकिन अगर गल करिए रजे इस फॉर्मूले की एक्यूरेसी की, जिहड़ा इंपीरिकल फॉर्मूला है, इस फॉर्मूले की एक्यूरेसी की गल करिए तो रजे ये फॉर्मूला उदों ही बैस्ट रिजल्ट दे पाउंदा है जदों साडे कोल डाटा की होवे सिमेट्रिक होवे, उस च किसी तरह की जिहड़ी है वो स्क्यूनैस ना होवे, है ना, सिमेट्रिक होवे डाटा साडे कोल, उदों ही जिहड़ा है ये फॉर्मूला बैस्ट रिजल्ट दे पाऊगा। और दूसरा जिहड़ा इस चीज़ एक चीज़ नोट करने वाली है, नोट करने वाली गल की है रजे, ਕਹਿੰਦੇ ਜੇ ਸਾਨੂੰ ਮੰਨ ਲਓ ਕੋਈ ਡਾਟਾ ਗਿਵਨ ਹੈ ਤੇ ਉਸ ਡਾਟਾ ਦਾ ਅਸੀਂ ਮੀਨ ਫਾਈਂਡ ਆਊਟ ਕਰ ਸਕਦੇ ਹਾਂ ਨਾਰਮਲ ਮੈਥਡ ਦੇ ਨਾਲ, ਉਸ ਡਾਟਾ ਦਾ ਅਸੀਂ ਮੋਡ ਵੀ ਫਾਈਂਡ ਆਊਟ ਕਰ ਸਕਦੇ ਹਾਂ ਨਾਰਮਲ ਮੈਥਡ ਦੇ ਨਾਲ, ਤੇ ਉਸ ਡਾਟਾ ਦਾ ਅਸੀਂ ਮੀਡੀਅਨ ਵੀ ਕੱਢ ਸਕਦੇ ਹਾਂ ਨਾਰਮਲ ਮੈਥਡ ਦੇ ਨਾਲ। ਤਾਂ ਉਸ ਕੇਸ ਦੇ ਵਿੱਚ ਅਸੀਂ ਜਿਹੜਾ ਇਹ ਫਾਰਮੂਲਾ ਨਹੀਂ ਯੂਜ਼ ਕਰਨਾ ਮੋਡ ਕੱਢਣ ਵਾਸਤੇ। ਹੁਣ ਸਪੋਜ਼ ਤੁਹਾਨੂੰ ਕੋਈ ਡਾਟਾ ਦਿੱਤਾ ਤੇ ਤੁਹਾਨੂੰ ਕਿਹਾ ਗਿਆ ਵੀ ਇਹਦਾ ਮੋਡ ਕੈਲਕੂਲੇਟ ਕਰੋ, ਤੁਸੀਂ ਕੀ ਕੀਤਾ, ਮੀਡੀਅਨ ਕੱਢ ਲਿਆ ਤੇ ਮੀਨ ਕੱਢ ਲਿਆ, ਫਿਰ ਤੁਸੀਂ ਆਹ ਇੰਪੀਰੀਕਲ ਫਾਰਮੂਲਾ ਯੂਜ਼ ਕਰਕੇ ਮੋਡ ਕੱਢਤਾ। ਤਾਂ ਇੱਦਾਂ ਨਹੀਂ ਕਰਨਾ, ਉਸ ਕੇਸ ਦੇ ਵਿੱਚ ਜਿਹੜਾ ਆਨਸਰ ਆਵੇਗਾ ਉਹ ਸੇਮ ਨਹੀਂ ਹੋਏਗਾ ਅਗਰ ਅਸੀਂ ਮੋਡ ਦਾ ਨਾਰਮਲ ਮੈਥਡ ਦੇ ਨਾਲ ਵੈਲਿਊ ਫਾਈਂਡ ਆਊਟ ਕਰਦੇ ਹਾਂ ਉਹਦੇ ਨਾਲ। ਤਾਂ ਇਸ ਚੀਜ਼ ਦਾ ਜਿਹੜਾ ਧਿਆਨ ਰੱਖਣਾ ਹੈ। ਹੁਣ ਅਸੀਂ ਕਰ ਲੈਂਦੇ ਹਾਂ MCQs। ਫਸਟ ਕੁਐਸਚਨ ਸਾਨੂੰ ਦੇ ਰੱਖਿਆ, ਕਹਿੰਦੇ ਦਾ ਮੀਨ ਆਫ ਡਿਸਟਰੀਬਿਊਸ਼ਨ ਇਜ਼ 22.2 ਤੇ ਮੋਡ ਦੇ ਰੱਖਿਆ ਸਾਨੂੰ 23.3 तो क्या गया मीडियन फाइंड आउट करो। तो इस तरह के क्वेश्चन के रजे असी इंपीरिकल फार्मूला यूज़ कर सकते हैं, जो कि सानू पता है मॉड इज इक्वल टू बराबर होंदा है 3 मीडियन माइनस 2 मीन दी। हुण इत्थे जस्ट असी वैल्यू सबसटीट्यूट करनियां ने, वैल्यू सबसटीट्यूट साडे कोल किहड़ी दे रखी ने, सानू वैल्यू दे रखी है मॉड दी ते मीन दी, ते फाइंड आउट की करना है मीडियन फाइंड आउट करना है। वैल्यू सबसटीट्यूट कर देंगे तो अपने को आ जू 23.3 इज इक्वल टू 3m, मीडियन मैं m ना लिख लिया -2 इंटू 22.2, तो यह अपने को आ गया 23.3 प्लस 44.4 इज इक्वल टू 3m दे। तो 3m किस दे कोल आ गया अपने को, वो आ गया 67.7 दे, तो m इतों कितना आ गया जी, वो आ गया 22.57 या फिर 22.6 लिख सकते हैं। तो अपने को इत्थे कितना आंसर आ गया, ऑप्शन बी आंसर आ गया। नैक्सट साडे कोल क्वेश्चन दे रखा है जी, कहते विच ऑफ द फॉलोइंग स्टेटमेंट इज करैक्ट। हुण तुसीं ध्यान नाल देखोगे तो जिहड़ी ऑप्शनस ने उन्हां दे विच जिहड़ा अपने कोल इंपीरिकल फार्मूला है उन्होंने शफल करके लिखा हुआ है ताकि जिहड़ी है उलझन क्रिएट कर सके। लेकिन असी जिहड़ा तरीके नाल याद रखिया सी उहनूं दिमाग दे विच रखना है। असी क्या सीगा कि मीडियन जिहड़ा है अपना उहदे नाल जिहड़े ने 6 लैटर ने तो उहदे नाल आऊगा 3, मीन जो है साडे नाल मीन जो है वो 4 लैटर तो मिल के बनया, तो उहदे नाल कितना आऊगा 2 आऊगा। तो 2 मीन 3 मीडियन तो 3 दे विचों 2 माइनस करना है। तेरा मतलब अपने कोल इंपीरिकल फार्मूला जिहड़ा वो इस फॉर्म दे विच होना चाहिए। तो अगर तुसीं देखोगे तो साडे कोल ऑप्शन जिहड़ी है वो ऑप्शन बी जिहड़ी है करैक्ट नज़र आ रही है कि मॉड इज इक्वल टू 3 मीडियन माइनस 2 मीन। नैक्सट है साडे कोल थर्ड क्वेश्चन च कहा गया कि कहते द नंबर ऑफ ऑब्जरवेशनस फॉलिंग विद इन अ क्लास इज़ कॉल्ड। नंबर ऑफ ऑब्जरवेशन नूं असीं की कहने आ, तो सानूं पता रहे जे नंबर ऑफ ऑब्जरवेशन साडे कोल की हुंदी है, वो हुंदी है साडे कोल फ्रीकुएंसी नूं रिप्रजेंट। फोर्थ अपने कोल की रहे कहते डैश इज़ कॉल्ड पोजीशनल मैजर। पोजीशनल मैजरमेंट की गल कीती सी असीं, एक असीं गल कीती सी कि कैलकुलेशन एवरेज की तो पोजीशनल एवरेज की। तो पोजीशनल एवरेज या फिर पोजीशनल मैजर साडे कोल की हुंदी है, वो हुंदी है रजे मीडियन। तो ऑप्शन दे विच सानूं किते भी मीडियन नहीं नज़र आया, तो इस करके ऑप्शन डी है, नन ऑफ द दीज। नैक्सट साडे कोल क्वेश्चन रजे कहते इफ सम ऑफ एन ऑब्जरवेशन इज़ 630 एंड देयर मीन इज़ 21 दैन वट इज़ द वैल्यू ऑफ एन की वैल्यू फाइंड आउट करनी है। सब तो पहला असीं देख लेने सानू की गिवन दिता है, सानू कहते सम दे रखा एन ऑब्जरवेशन का 630, तो सानू पता है सम नूं रिप्रजेंट करते हैं असीं एक्स आई सिग्मा दे नाल, वो अपने कोल कितना दे रखा 630, तो मीन दे रखा सानू 21 जिसनूं असीं एक्स बार नाल रिप्रजेंट करते हैं। तो असीं मीन का फार्मूला कीता सीगा कि सिग्मा एक्स आई अपॉन एन, तो मैं कहा सी रजे कि एक होर फार्मूला जिहड़ा बहुत ही यूज़ होंदा है सिग्मा एक्स आई का, जो कि बराबर है एक्स बार इंटू एन दे। तो वैल्यू में सबसटीट्यूट करांगे तो साडे कोल आजू 630 इज इक्वल टू 21 इंटू एन। तो इत्थों एन की वैल्यू कितनी आजू 630/21, तो आंसर कितना आ गया 30। तो ऑप्शन किहड़ी आ गई अपनी ऑप्शन सी। तो इस तरह जिहड़े न्यूमेरिकल्स ने MCQs ने सॉल्व करने ने। जिहड़ा नैक्सट लैक्चर होगा राजे उस च असीं प्रॉपर्टीज़ करांगे, तो उस प्रॉपर्टी के बाद बहुत सारे MCQs जिहड़े ने बनते हैं, वो सारे MCQs जिहड़े ने मैं वो उन्हां दी PDF तुहाडे नाल शेयर कर देवांगा। धन्नवाद।